गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा, वाहिगुरु जी की फतेह। सजे पातशाह गुरबाणी गुरु विच आप जो भेद दे रहे कि आप जिन्ने भी जीव हाँ, जीव तो भाव जिन्ने साडे मन ने, असी सारे ही इस संसार दे विच आउंदे हाँ वणज करन वास्ते, वपार करन वास्ते। साडा माता पिता सानू सवासा रूपी धन दे के भेजदे इस परदेश दे विच कि तुसी परदेश चले हो ते उत्थे जाके किरत करनी है, उसे जाके तुसी वणज करना है, व्यापार करना है, ते व्यापार करके घर वापस आउणा ते घर आके हिसाब देना भी किन्ना तुसी वणज व्यापार कीता, की तुहानू लाहा होया, की तुसी उसे रह के खटिया ते की गवाया, ते उहदा फैसला तुहाडा जदों तुसी वापस आओगे सच्चे दरबार च होएगा। हुण जिन्ने भी असी जीव सारे फिर वणजारे, मारे कहंदे जेते जी तेते वणजारे, खुले हट होआ व्यापार। बई ज्यों ही साडा मरना इधर आउंदा है,
ਇਹ ਜਿਹੜਾ ਸਰੀਰ ਹੈ ਇਸ ਨੂੰ ਦੇਸ਼ ਦਾ ਨਾਮ ਦਿੱਤਾ, ਇਸ ਨੂੰ ਪਿੰਡ ਆਖੇ, ਇਸ ਨੂੰ ਸ਼ਹਿਰ ਦਾ ਨਾਮ ਦਿੱਤਾ। ਇਹਦੇ ਵਿੱਚ ਬਹੁਤ ਵੱਡਾ ਬਾਜ਼ਾਰ ਲੱਗਿਆ ਹੋਇਆ, ਜਿਵੇਂ ਸ਼ਹਿਰਾਂ 'ਚ ਬਾਜ਼ਾਰ ਲੱਗਦਾ, ਇਸੇ ਤਰ੍ਹਾਂ ਹੀ ਸਾਡੇ ਅੰਦਰ ਇਹ ਹੱਟ ਖੁੱਲ੍ਹ ਜਾਂਦੇ ਤੇ ਬਾਜ਼ਾਰ ਲੱਗਦਾ। ਮਾਰੇ ਫਰਮਾਉਂਦੇ ਇਸ ਕਾਇਆ ਅੰਦਰ, 9 ਖੰਡ ਪ੍ਰਿਥਵੀ ਹੱਟ ਪਟਨ ਬਾਜ਼ਾਰ। ਇਹ ਜਿਉਂ ਹੀ ਮਨ ਇੱਧਰ ਆਉਂਦਾ ਹੈ, ਇਹ ਹੱਟ ਖੁੱਲ੍ਹ ਜਾਂਦੇ, ਬਾਜ਼ਾਰ ਖੁੱਲ੍ਹ ਜਾਂਦਾ। ਹੁਣ ਜਦੋਂ ਇਹ ਬਾਜ਼ਾਰ ਖੁੱਲ੍ਹਦਾ ਹੈ, ਇੱਥੇ ਕੱਚਾ ਮਾਲ ਵੀ ਮਿਲਦਾ ਹੈ, ਤੇ ਜੋ ਨਾਮ ਰਤਨ ਹੈ ਉਹ ਵੀ ਮਿਲਦਾ ਹੈ। ਹੁਣ ਇੱਕ ਜਾਂ ਗੁਰਮੁਖ ਨੇ ਜਿਹੜੇ ਫਿਰ ਨਾਮ ਦਾ ਵਣਜ ਕਰਦੇ, ਵਪਾਰ ਕਰਦੇ, ਇੱਕ ਜੀਵ ਨੇ ਜਿਹੜੇ ਕੱਚਾ ਵਪਾਰ ਕਰਦੇ, ਮਾਇਆ ਦਾ ਝੂਠਾ ਵਪਾਰ ਕਰਦੇ। ਮਾਰੇ ਕਹਿੰਦੇ ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੇ ਦੇ ਵਪਾਰ। ਹੁਣ ਇਹ ਕੱਚਾ ਵਪਾਰ ਹੈ ਜਿਹੜਾ, ਇਹ ਕਿਵੇਂ ਹੁੰਦਾ ਤੇ ਰਤਨਾਂ ਦਾ ਵਪਾਰ ਕਿਵੇਂ ਹੁੰਦਾ? ਹੁਣ ਜਿਉਂ ਹੀ ਅਸੀਂ ਇੱਧਰ ਆਉਂਦੇ ਹਾਂ, ਸਾਡੇ ਅੰਦਰ ਬਾਜ਼ਾਰ ਤਾਂ ਬਹੁਤ ਵੱਡਾ ਲੱਗਿਆ, ਪਰ ਮੇਨ ਜਿਹੜੇ ਵੱਡੇ ਹੱਟ ਉਹ ਆਪਾਂ ਨੂੰ 4 ਦੱਸਦੇ ਬਈ ਜਿਹੜੀਆਂ ਵੱਡੀਆਂ ਦੁਕਾਨਾਂ, ਵੱਡੇ ਹੱਟ ਨੇ ਜਿੱਥੋਂ ਥੋਕ ਦੇ ਵਿੱਚ ਸਮਾਨ ਮਿਲਦਾ। ਹੁਣ ਉਹ ਜਿਹੜੇ ਹੱਟ ਨੇ, 3 ਹੱਟ ਨੇ ਕਾਲ ਦੇ, ਜਿਹਦੇ ਵਿੱਚ ਰਜੋ ਗੁਣ ਹੈ, ਤਮੋ ਗੁਣ ਹੈ ਤੇ ਸਤੋ ਗੁਣ। ਜਿਹੜਾ ਚੌਥਾ ਹੱਟ ਹੈ ਉਸ ਨੂੰ ਮੋਖ ਦਾ ਹੱਟ ਕਹਿੰਦੇ, ਜਿੱਥੋਂ ਸਾਨੂੰ ਮੁਕਤੀ ਮਿਲਦੀ ਹੈ, ਜਿਸੋਂ ਸਾਨੂੰ ਸਾਡੇ ਮਨ ਦਾ ਜੋ ਭੋਜਨ ਹੈ ਅੰਮ੍ਰਿਤ ਰਸ ਉਹ ਮਿਲਣਾ ਹੈ, ਸਾਡੇ ਮਨ ਵਾਸਤੇ ਸੁੱਖ ਸਹੂਲਤਾਂ ਸਾਨੂੰ ਉਸ ਪ੍ਰਾਪਤ ਹੋਣੀਆਂ ਸਾਰੀਆਂ। ਉਹਦਾ ਜੋ ਮੁਖੀ ਹੈ ਉਹ ਮਾਲਕ ਆਪ ਹੈ। ਹੁਣ ਜ਼ਿਆਦਾ ਜੀਵ ਫਿਰ ਇਹ ਕੱਚਾ ਮਾਲ ਖਰੀਦੇ ਇਹਨਾਂ 3 ਹੱਟਾਂ 'ਚ, ਜਿਹੜਾ ਕਿ ਇਹ ਨਾਸਵਾਨ ਹੈ, ਇਹ ਕਾਲ ਦੇ ਸਪੁਰਦ, ਜਿਹੜਾ ਇੱਥੋਂ ਅਸੀਂ ਕੁਝ ਨਾਲ ਨਹੀਂ ਲਿਜਾ ਸਕਦੇ। ਹੁਣ ਜਿਉਂ ਹੀ ਮਨ ਇੱਧਰ ਆਉਂਦਾ ਹੈ, ਸਭ ਤੋਂ ਪਹਿਲਾਂ ਜਦੋਂ ਅਸੀਂ ਸਤੋ ਗੁਣੀ ਹੱਟ 'ਤੇ ਆਉਂਦੇ ਹਾਂ, ਸਤੋ ਗੁਣ 'ਤੇ ਜਿਹੜਾ ਸੌਦਾ ਪਿਆ ਹੈ ਉਹਦੇ ਵਿੱਚ ਦਇਆ, ਨਰਮਤਾਈ, ਸਹਿਣਸ਼ੀਲਤਾ, ਪਰਉਪਕਾਰ, ਸਬਰ, ਸੰਤੋਖ, ਪੁੰਨ, ਦਾਨ, ਸੇਵਾ ਭਾਵਨਾ, ਇਹ ਸਾਰਾ ਕੁਛ ਇਹ ਸਤੋ ਗੁਣੀ ਹੱਟ 'ਤੇ। ਜਦੋਂ ਸਾਡੇ ਅੰਦਰ ਇਹ ਵਿਚਾਰ ਚੱਲਦੇ, ਅਸੀਂ ਉਦੋਂ ਸਤੋ ਗੁਣੀ ਹੱਟ 'ਤੇ ਬੈਠੇ ਹੁੰਦੇ, ਉੱਥੇ ਅਸੀਂ ਸਵਾਸਾਂ ਦਾ ਧਨ ਹੈ ਜਿਹੜਾ ਖਰਚ ਕਰਦੇ, ਅਤੇ ਉੱਥੋਂ ਇਹ ਅਸੀਂ ਸੌਦਾ ਖਰੀਦਦੇ। ਫਿਰ ਜਿਹੜਾ ਰਜੋ ਗੁਣੀ ਹੱਟ ਹੈ ਉਹਦੇ ਵਿੱਚ ਨੇ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸਹਿੰਸੇ, ਫਿਕਰ, ਚਿੰਤਾਵਾਂ, ਪਰਿਵਾਰ, ਗ੍ਰਹਿਸਥ। ਜਦੋਂ ਸਾਡੇ ਅੰਦਰ ਇਹ ਵਿਚਾਰ ਚੱਲਦੇ, ਉਦੋਂ ਅਸੀਂ ਇਹ ਰਜੋ ਗੁਣੀ ਹੱਟ ਜਿਹੜਾ ਇਹਦੇ 'ਤੇ ਬੈਠੇ ਹੁੰਦੇ। ਇੱਥੇ ਬੈਠ ਕੇ ਅਸੀਂ ਇਹ ਵਣਜ ਕਰਦੇ, ਇੱਥੇ ਆਪਦਾ ਸਵਾਸਾਂ ਦਾ ਧਨ ਖਰਚ ਕਰਦੇ ਹਾਂ, ਅਤੇ ਇੱਥੋਂ ਇਹ ਸੌਦਾ ਖਰੀਦੀ ਜਾਂਦੇ ਹਾਂ, ਮਾਲ ਇੱਥੋਂ ਖਰੀਦੀ ਜਾਂਦੇ ਹਾਂ। ਫਿਰ ਜੋ ਤੀਜਾ ਹੱਟ ਹੈ ਤਮੋ ਗੁਣੀ ਹੱਟ। ਤਮੋ ਗੁਣ ਦੇ ਵਿੱਚ ਕਾਮ, ਕ੍ਰੋਧ, ਲੋਭ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵੈਰ, ਵਿਰੋਧ, ਨਫ਼ਰਤ, ਲੜਾਈਆਂ, ਝਗੜੇ। ਜਦੋਂ ਅਸੀਂ ਇਹ ਹੱਟ 'ਤੇ ਹੁੰਦੇ ਹਾਂ, ਉਦੋਂ ਫਿਰ ਅਸੀਂ ਇੱਥੇ ਆਪਦਾ ਸਵਾਸਾਂ ਦਾ ਧਨ ਖਰਚ ਕਰਦੇ ਹਾਂ, ਅਤੇ ਇੱਥੋਂ ਅਸੀਂ ਇਹ ਸੌਦਾ ਖਰੀਦੀ ਜਾਂਦੇ ਹਾਂ। ਹੁਣ ਇਹਨੂੰ ਕਹਿੰਦੇ ਫਿਰ ਕੱਚਾ ਵਪਾਰ। ਚਾਹੇ ਅਸੀਂ ਸਤੋ ਗੁਣੀ 'ਤੇ ਵੀ ਹੱਟ 'ਤੇ ਬੈਠੇ ਹਾਂ,
ਉਥੋਂ ਵੀ ਅਸੀਂ ਕੁਝ ਨਾਲ ਲਿਜਾ ਨਹੀਂ ਸਕਦੇ। ਇਹ ਵੀ ਇੱਧਰ ਸਰੀਰ ਵਾਸਤੇ ਹੀ ਹੈ, ਤਨ ਵਾਸਤੇ। ਇਸ ਲਈ ਮਹਾਰਾਜ ਕਹਿੰਦੇ ਰਾਜ ਵਿਨਾਸੀ ਤਾਮ ਵਿਨਾਸੀ ਸਾਤਕ ਭੀਵੇ ਨਦ, ਦ੍ਰਿਸ਼ਟ ਮਾਨ ਹੈ ਸਗਲ ਵਿਨਾਸੀ ਇੱਕ ਸਾਧ ਵਚਨ ਅਗਦ। ਵੀ ਚਾਹੇ ਅਸੀਂ ਰਜੋ ਗੁਣ ਤੇ ਬੈਠੇ, ਚਾਹੇ ਅਸੀਂ ਤਮੋ ਗੁਣ ਤੇ ਬੈਠੇ, ਚਾਹੇ ਅਸੀਂ ਸਤੋ ਗੁਣ ਤੇ ਬੈਠੇ, ਇਥੋਂ ਜਿਹੜਾ ਸੌਦਾ ਸਾਨੂੰ ਤਨ ਵਾਸਤੇ ਮਿਲਣਾ, ਸਰੀਰ ਵਾਸਤੇ, ਇਥੋਂ ਮਨ ਵਾਸਤੇ ਨਹੀਂ। ਮਨ ਵਾਸਤੇ ਜੋ ਹੈ ਉਹ ਹੈ ਮੋਖ ਦੇ ਹੱਟ 'ਚ, ਜਿਹਨੂੰ ਦਸਵਾਂ ਦਵਾਰ ਕਹਿੰਦੇ। ਨਿਜ ਮਹਿਲ ਫਿਰ ਘਰ ਸਹਿਜ ਗੁਫਾ ਮੰਦਰ ਕੋਟੜੀ ਗੜ੍ਹ ਗੁਰਦੁਆਰੇ ਦਾ ਨਾਮ ਦਿੱਤਾ। ਜਦੋਂ ਅਸੀਂ ਉੱਥੇ ਜਾਵਾਂਗੇ ਫਿਰ ਸਾਨੂੰ ਉੱਥੋਂ ਮਨ ਵਾਸਤੇ ਮਿਲੇਗਾ। ਹੁਣ ਜਿਵੇਂ ਅਸੀਂ ਤਨ ਵਾਸਤੇ ਤਾਂ ਇਥੋਂ ਲੈਂਦੇ ਹਾਂ ਸੌਦਾ ਅਤੇ ਇੱਥੇ ਸਵਾਸ ਖਰਚ ਕਰਦੇ ਹਾਂ ਅਤੇ ਉੱਥੋਂ ਉਹ ਸੌਦਾ ਖਰੀਦ ਲੈਂਦੇ। ਹੁਣ ਮਨ ਵਾਸਤੇ ਸੌਦਾ ਲੈਣ ਵਾਸਤੇ ਫਿਰ ਸਾਨੂੰ ਇਹ ਸਵਾਸਾਂ ਦਾ ਧਨ ਹੈ ਜਿਹੜਾ ਇਹ ਮੋਖ ਦੇ ਹੱਟ 'ਤੇ ਜਮ੍ਹਾਂ ਕਰਾਉਣਾ ਪੈਂਦਾ। ਜਦ ਤੱਕ ਅਸੀਂ ਇਹ ਧਨ ਸਵਾਸਾਂ ਦਾ ਜਮ੍ਹਾਂ ਨਹੀਂ ਕਰਾਵਾਂਗੇ ਉਹਨਾਂ ਸਮਾਂ ਸਾਨੂੰ ਉਥੋਂ ਮਨ ਵਾਸਤੇ ਜਿਹੜਾ ਸੌਦਾ ਸਾਡੇ ਮਨ ਦੀ ਖੁਰਾਕ ਸਾਨੂੰ ਅੰਮ੍ਰਿਤ ਨਹੀਂ ਮਿਲੇਗਾ। ਸਾਨੂੰ ਜੋ ਨਾਮ ਰਤਨ ਹੈ ਉਹਦੀ ਪ੍ਰਾਪਤੀ ਨਹੀਂ ਹੋਏਗੀ, ਸਾਡੇ ਮਨ ਨੂੰ ਸੁੱਖ ਸਹੂਲਤ ਨਹੀਂ ਮਿਲੇਗੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦ ਤੱਕ ਅਸੀਂ ਇਹ ਸਵਾਸਾਂ ਦਾ ਧਨ ਉੱਥੇ ਜਮ੍ਹਾਂ ਨਹੀਂ ਕਰਾਉਂਦੇ ਸਾਨੂੰ ਮੋਖ ਦੇ ਹੱਟ ਤੋਂ ਸੌਦਾ ਨਹੀਂ ਮਿਲੇਗਾ। ਮਹਾਰਾਜ ਕਹਿੰਦੇ ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਹਿਤ ਸਾਗਰ ਨਹੀਂ ਬਾਟ, ਬਿਨ ਗੁਰ ਸੇਵੇ ਘਾਟੇ ਘਾਟ। ਇਹ ਜਦ ਤੱਕ ਅਸੀਂ ਸੇਵਾ ਨਹੀਂ ਕਰਦੇ ਸਾਨੂੰ ਘਾਟਾ ਹੀ ਘਾਟਾ, ਕਿਉਂਕਿ ਅਸੀਂ ਜੋ ਵੀ ਵਣਜ ਕਰਦੇ ਇੱਧਰ ਕੱਚਾ ਵਪਾਰ ਕਰਦੇ ਹਾਂ, ਜਿਹੜਾ ਇਹ ਨਾਸਵਾਨ ਹੈ, ਜਿਹੜਾ ਇੱਥੋਂ ਅਸੀਂ ਕੁਝ ਨਾਲ ਨਹੀਂ ਲਿਜਾ ਸਕਦੇ। ਇਸ ਵਾਸਤੇ ਫਿਰ ਇਹ ਤ੍ਰੈ ਗੁਣਾਂ ਦੇ ਵਿੱਚ ਜੀਵ ਕਿੰਨਾ ਵੀ ਸੰਸਾਰ ਦੇ ਪਦਾਰਥ ਇਕੱਠੇ ਕਰ ਲਏ, ਜਿਹੜਾ ਉਹਦਾ ਮਨ ਹੈ ਉਹਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਮਨ ਨੂੰ ਸੁੱਖ ਨਹੀਂ ਮਿਲਦਾ। ਉਹਦਾ ਜਿਹੜਾ ਮਨ ਹੈ ਉਹ ਬੇਚੈਨੀ ਰਹੇਗਾ, ਮਨ ਹੈ ਜਿਹੜਾ ਉਹ ਦੁਖੀ ਰਹੇਗਾ, ਸ਼ਾਂਤ ਰਹੇਗਾ। ਇਸੇ ਕਰਕੇ ਇਹੋ ਅਵਸਥਾ ਸਾਡੇ ਮਨਾਂ ਦੀ ਦੇਖ ਕੇ ਮਹਾਰਾਜ ਨੇ ਆਖਿਆ ਵੀ ਇਹ ਸਾਰੇ ਮਨ ਨੇ ਜਿਹੜੇ ਇਹ ਸੰਸਾਰ ਦੇ ਵਿੱਚ ਦੁਖੀ। ਮਹਾਰਾਜ ਫਰਮਾਉਂਦੇ ਨਾਨਕ ਦੁਖੀਆ ਸਭ ਸੰਸਾਰ, ਵੀ ਸਾਰਾ ਸੰਸਾਰ ਦੁਖੀ ਹੈ। ਕਿਉਂ ਦੁਖੀ ਹੈ? ਕਿਉਂਕਿ ਇਹਨਾਂ ਨੇ ਇੱਧਰ ਆ ਕੇ ਕੱਚਾ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ, ਪਰ ਜੋ ਮਨ ਵਾਸਤੇ ਵਪਾਰ ਸੀ ਉਹ ਨਹੀਂ ਕੀਤਾ। ਤਾਂ ਕਰਕੇ ਸਾਡੇ ਮਨ ਨੂੰ ਕੋਈ ਸੁੱਖ ਸਹੂਲਤ ਨਹੀਂ ਮਿਲਦੀ, ਤਾਂ ਸਾਡੇ ਮਨ ਨੂੰ ਸਬਰ ਨਹੀਂ ਆਉਂਦਾ, ਇਹਨੂੰ ਸੰਤੋਖ ਨਹੀਂ ਆਉਂਦਾ, ਇਹਦੀ ਤ੍ਰਿਪਤੀ ਨਹੀਂ ਹੁੰਦੀ। ਹੁਣ ਜਦੋਂ ਫਿਰ ਆਪਾਂ ਇਹ ਸਤਸੰਗ ਦੇ ਵਿੱਚ ਆਉਂਦੇ ਹਾਂ ਫਿਰ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਤੁਸੀਂ ਆਪਦੇ ਮਨ ਦੀ ਖੁਰਾਕ ਲੈਣ ਵਾਸਤੇ ਇਹ ਜਿਹੜਾ ਸਵਾਸਾਂ ਦਾ ਧਨ ਹੈ ਇਹਨੂੰ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰੋ। ਹੁਣ ਜਦੋਂ ਆਪਾਂ ਇਹ ਸੇਵਨ ਕਰਦੇ ਹਾਂ, ਸਾਸ ਗਿਰਾਸ ਸੇਵਨ ਕਰਕੇ ਇਹ ਆਪਣਾ ਧਨ ਕੁਝ ਜਮ੍ਹਾਂ ਹੋ ਜਾਂਦਾ। ਫਿਰ ਜਦੋਂ ਆਪਾਂ ਸਤਸੰਗਤ ਕਰਦੇ ਹਾਂ, ਇੱਕ ਜਾਣਾ ਆਪਾਂ ਸ਼ਬਦ ਦੀ ਵਿਚਾਰ ਕਰਦੇ, ਫਿਰ ਆਪਾਂ ਧਿਆਨ ਦੇ ਨਾਲ ਸੁਣਦੇ ਹਾਂ, ਇਹਦੇ ਨਾਲ ਵੀ ਆਪਣਾ ਜੋ ਧਨ ਸਵਾਸਾਂ ਦਾ ਉਹ ਇਹ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਹੋ ਜਾਂਦਾ। ਜਿਸ ਨੂੰ ਮਹਾਰਾਜ ਕਹਿੰਦੇ ਵਖਰ ਨਾਮ ਲਭ ਖੀਪ ਚਲਾਵੋ, ਲੈ ਲਾਹਾ ਗੁਰਮੁਖ ਘਰ ਆਵੋ,
सतगुर साहू सिख बनजारी, ਉਂਜੀ नाम लेखा साथ सवारी। ਜਦੋਂ ਆਪਾਂ ਸਾਰੇ ਇਕੱਠਾ ਧਨ ਜਮ੍ਹਾਂ ਕਰਾਉਂਦੇ ਖੇਪ ਦੇ ਰੂਪ ਦੇ ਵਿੱਚ, ਫਿਰ ਸਾਡਾ ਦੇਖਿਆ ਜਾਂਦਾ ਵੀ ਕਿਹੜੇ ਗੁਰਮੁਖ ਨੇ ਕਿੰਨਾ ਕਿੰਨਾ ਧਨ ਜਮ੍ਹਾਂ ਕਰਾਇਆ। ਮਾਲਕ ਦੇਖ ਕੇ ਫਿਰ ਇਹਨਾਂ ਸਵਾਸਾਂ ਨੂੰ ਤੋਲਦੇ। ਮਹਾਰਾਜ ਕਹਿੰਦੇ ਇਸ ਕਾਇਆ ਅੰਦਰ ਤੋਲਤ ਲਾਵੇ, ਆਪੇ ਤੋਲਣਹਾਰ। ਬੈਠ ਕੇ ਜਦੋਂ ਤੋਲਦੇ, ਜੇ ਤਾਂ ਅਸੀਂ ਇੰਨਾ ਧਨ ਜਮ੍ਹਾਂ ਕਰਾ ਲਿਆ ਬਈ ਅਸੀਂ ਹੱਕਦਾਰ ਹਾਂ ਨਾਮ ਦੇ, ਤੇ ਮਹਾਰਾਜ ਸਾਨੂੰ ਨਾਮ ਦੀ ਦਾਤ ਦੇ ਦਿੰਦੇ, ਸਾਡੇ ਅੰਦਰ ਹੀ ਅਨਹਦ ਸ਼ਬਦ ਨਾਦ ਪ੍ਰਗਟ ਹੋ ਜਾਏਗਾ। ਜੇ ਦੇਖਦੇ ਵੀ ਹਜੇ ਇੰਨਾ ਧਨ ਨਹੀਂ ਜਮ੍ਹਾਂ ਕਰਾਇਆ, ਫਿਰ ਵੀ ਆਪਾਂ ਲਗਾਤਾਰ ਸਿਮਰਨ ਕੀਤੀ ਜਾ ਰਹੇ, ਫਿਰ ਉਹ ਸਾਡੇ ਮਨ ਦੀ ਜੋ ਖੁਰਾਕ ਹੈ ਅੰਮ੍ਰਿਤ ਰਸ, ਉਹ ਸਾਨੂੰ ਥੋੜ੍ਹਾ ਥੋੜ੍ਹਾ ਰਸ ਨਾਲ ਦੀ ਨਾਲ ਦੇਣਾ ਸ਼ੁਰੂ ਕਰ ਦਿੰਦੇ। ਉਹਦੀ ਫਿਰ ਨਿਸ਼ਾਨੀ ਵੀ ਆਪਣਾ ਮੁੱਖ ਹੈ ਜੋ ਇਹ ਮਿੱਠਾ ਹੋਣਾ ਸ਼ੁਰੂ ਹੋ ਜਾਏਗਾ। ਆਪਾਂ ਦੇਖਾਂਗੇ ਵੀ ਆਪਾਂ ਕੋਈ ਮਿੱਠੀ ਚੀਜ਼ ਵੀ ਨਹੀਂ ਖਾਧੀ, ਪਰ ਫਿਰ ਵੀ ਮੂੰਹ ਆਪਣਾ ਮਿੱਠਾ ਹੋ ਰਿਹਾ। ਉਸ ਨੂੰ ਫਿਰ ਕਹਿੰਦੇ ਨੇ ਅੰਮ੍ਰਿਤ ਰਸ, ਆਪਣੇ ਮਨ ਦੀ ਖੁਰਾਕ। ਜਦੋਂ ਸਾਨੂੰ ਆਉਣ ਲੱਗ ਗਿਆ, ਉਦੋਂ ਕਹਿੰਦੇ ਬਈ ਹੁਣ ਇਹ ਵੱਡੇ ਭਾਗਾਂ ਵਾਲੇ ਬਣ ਗਏ ਨੇ, ਬਈ ਇਹਨਾਂ ਨੇ ਆਪਦਾ ਧਨ ਸੀ ਜਿਹੜਾ ਸਵਾਸਾਂ ਦਾ ਜਮ੍ਹਾਂ ਕਰਾਇਆ ਨਿਰਗੁਣ ਦੇ ਹੱਟ 'ਤੇ, ਤੇ ਮਾਲਕ ਨੇ ਖੁਸ਼ ਹੋ ਕੇ ਇਹਨਾਂ ਦਾ ਜਿਹੜਾ ਮੁੱਖ ਮਿੱਠਾ ਕੀਤਾ। ਮਾਰੇ ਫਰਮਾਉਂਦੇ ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮਿੱਠਾ ਲਾਇਆ। ਤੇ ਜਦੋਂ ਆਪਣਾ ਮੁੱਖ ਮਿੱਠਾ ਹੋਣ ਲੱਗ ਗਿਆ, ਕਹਿੰਦੇ ਵੱਡੇ ਭਾਗਾਂ ਵਾਲੇ ਬਣ ਗਏ। ਫਿਰ ਆਪਾਂ ਨੂੰ ਭੇਦ ਖੁੱਲ੍ਹਦਾ ਜਦੋਂ ਸਾਡਾ ਮੁੱਖ ਮਿੱਠਾ ਹੋਣ ਲੱਗ ਜਾਂਦਾ ਬਈ ਇਹ ਸਾਨੂੰ ਖੁਰਾਕ ਤਾਂ ਹੀ ਮਿਲੇਗੀ ਜੇ ਅਸੀਂ ਆਪਦਾ ਧਨ ਜਮ੍ਹਾਂ ਕਰਾਵਾਂਗੇ। ਫਿਰ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਵੀ ਸਿਮਰਨ ਕਰੋ। ਫਿਰ ਸਾਨੂੰ ਸਿਮਰਨ ਕਰਨਾ ਔਖਾ ਵੀ ਨਹੀਂ ਲੱਗਦਾ। ਜਿਵੇਂ ਸੰਸਾਰ ਦੇ ਵਿੱਚ ਕਿਸੇ ਜੀਵ ਨੂੰ ਆਖੀਏ ਵੀ ਸਿਮਰਨ ਕਰੋ, ਉਹ ਕਹਿੰਦਾ ਸਿਮਰਨ ਤਾਂ ਹੁੰਦਾ ਨਹੀਂ ਜੀ, ਇਹ ਤਾਂ ਕਰਨਾ ਬਹੁਤ ਔਖਾ। ਹੁਣ ਸੰਸਾਰ ਦਾ ਕਰਮ ਕਰਨਾ ਸਾਨੂੰ ਔਖਾ ਨਹੀਂ ਲੱਗਦਾ। ਕਿਸੇ ਨਾਲ ਦੁਬਦਾ ਕਰਨੀ ਹੋਵੇ, ਈਰਖਾ ਨਫ਼ਰਤ ਕਰਨੀ ਹੋਵੇ, ਉਹ ਸਾਨੂੰ ਔਖੀ ਨਹੀਂ ਲੱਗਦੀ। ਉਵੇਂ ਹੰਕਾਰ ਦੇ ਵਿੱਚ ਜਾਣਾ ਉਹ ਜੀਵ ਨੂੰ ਔਖਾ ਨਹੀਂ ਲੱਗਦਾ। ਹੁਣ ਇਹ ਔਖਾ ਕਿਉਂ ਲੱਗਦਾ ਹੈ? ਕਿਉਂਕਿ ਸਾਨੂੰ ਗਿਆਨ ਨਹੀਂ ਹੈ, ਸਾਨੂੰ ਸੋਝੀ ਨਹੀਂ ਹੈ ਬਈ ਜੇ ਅਸੀਂ ਸਿਮਰਨ ਕਰਾਂਗੇ ਤੇ ਸਾਨੂੰ ਮਨ ਦਾ ਭੋਜਨ ਮਿਲਣਾ, ਸਾਡੇ ਮਨ ਦੀ ਖੁਰਾਕ ਮਿਲਣੀ ਹੈ। ਸੰਸਾਰ ਦਾ ਤਾਂ ਜੀਵਨ ਨੂੰ ਗਿਆਨ ਹੈ ਬਈ ਜੇ ਮੈਂ ਕੰਮ ਨਹੀਂ ਕਰਾਂਗਾ ਤੇ ਮੈਂ ਕੀ ਖਾਵਾਂਗਾ। ਫਿਰ ਆਪਦੀ ਤਾਂ ਚਿੰਤਾ ਕਰਦਾ ਹੀ ਹੈ, ਨਾਲ ਗਾਂ ਆਪਦੇ ਪਰਿਵਾਰ ਦੀ ਵੀ, ਬੱਚਿਆਂ ਦੀ, ਮੇਰਾ ਪਰਿਵਾਰ ਕੀ ਖਾਏਗਾ ਕੀ ਪੀਏਗਾ ਜੇ ਮੈਂ ਕੰਮ ਨਹੀਂ ਕਰਾਂਗਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਨੂੰ ਇਹ ਨਹੀਂ ਪਤਾ ਵੀ ਜਿਵੇਂ ਤਨ ਵਾਸਤੇ ਕਰਨਾ ਹੈ, ਮਨ ਵਾਸਤੇ ਵੀ ਕਰਨਾ ਹੈ। ਜੇ ਮਨ ਵਾਸਤੇ ਨਹੀਂ ਕਰਾਂਗੇ ਤੇ ਮਨ ਭੁੱਖਾ ਰਹੇਗਾ, ਮਨ ਕੀ ਖਾਏਗਾ। ਤੇ ਜੇ ਮਨ ਹੀ ਭੁੱਖਾ ਰਿਹਾ ਤੇ ਸਾਨੂੰ ਸਬਰ ਸੰਤੋਖ ਆਉਣਾ ਹੀ ਨਹੀਂ। ਸੰਸਾਰ ਦੇ ਜਿੰਨੇ ਮਰਜ਼ੀ ਪਦਾਰਥ ਖਾ ਲਈਏ, ਜਿੰਨਾ ਮਰਜ਼ੀ ਇਕੱਠਾ ਕਰ ਲਈਏ। ਇਸ ਵਾਸਤੇ ਫਿਰ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਸਾਨੂੰ ਫਿਰ ਭੇਦ ਖੁੱਲ੍ਹਦਾ, ਗਿਆਨ ਹੁੰਦਾ। ਫਿਰ ਸਾਨੂੰ ਪਤਾ ਲੱਗਦਾ ਵੀ ਜਦੋਂ ਅਸੀਂ ਅਭਿਆਸ ਕਰਾਂਗੇ ਤੇ ਸਾਨੂੰ ਸਾਡੇ ਮਨ ਦੀ ਖੁਰਾਕ ਮਿਲਣੀ, ਸਾਨੂੰ ਨਾਮ ਰਤਨ ਦੀ ਪ੍ਰਾਪਤੀ ਹੋਣੀ। ਬਈ ਇਹ ਸਾਡੇ ਮਨ ਦਾ ਭੋਜਨ ਹੈ, ਮਨ ਦਾ ਤੋਸਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। ਇਹੋ ਘਰ 'ਚ ਅਖੁੱਟ ਹੈ ਗੁਰਮੁਖ ਨਿਭੇ ਨਾਲ। ਕਿ ਸਾਡੇ ਮਨ ਦਾ ਜੋ ਭੋਜਨ, ਸਾਡੇ ਮਨ ਦੀ ਜੋ ਖੁਰਾਕ ਹੈ, ਉਹ ਅੰਮ੍ਰਿਤ ਜਲ, ਅੰਮ੍ਰਿਤ ਰਸ ਹੈ।
ਉਹ ਸਾਨੂੰ ਤਾਂ ਆਏਗਾ ਜੇ ਅਸੀਂ ਮਨ ਵਾਸਤੇ ਹੁਣ ਕਿਰਤ ਕਰਾਂਗੇ, ਮਨ ਵਾਸਤੇ ਕਰਮ ਕਰਾਂਗੇ। ਉਹ ਜਦੋਂ ਆਪਾਂ ਨੂੰ ਆਉਣਾ ਸ਼ੁਰੂ ਹੋ ਜਾਂਦਾ, ਸਾਨੂੰ ਪਤਾ ਲੱਗਦਾ ਬਈ ਇਹ ਸਾਨੂੰ ਕਰਨਾ ਹੀ ਪੈਣਾ, ਬਈ ਇਹ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ, ਇਹ ਤੋਂ ਬਿਨਾਂ ਸਾਡਾ ਸਰਨਾ ਨਹੀਂ ਹੈ। ਫਿਰ ਹੀ ਸਾਡੇ ਮਨ ਨੂੰ ਸਬਰ ਆਉਂਦਾ, ਫਿਰ ਹੀ ਇਹਨੂੰ ਸੰਤੋਖ ਆਉਂਦਾ ਹੈ। ਫਿਰ ਇਹ ਜਿਹੜਾ ਸਾਡਾ ਮਨ ਉਲਟ ਕੇ ਫਿਰ ਇੱਧਰ ਨੂੰ ਜਦੋਂ ਚੱਲਦਾ, ਫਿਰ ਸਾਨੂੰ ਔਖਾ ਨਹੀਂ ਲੱਗਦਾ। ਪਹਿਲਾਂ ਜਿਹੜਾ ਅਸੀਂ ਕਹਿੰਦੇ ਵੀ ਸਿਮਰਨ ਕਰਨਾ ਬੜਾ ਔਖਾ ਹੈ, ਸੰਗਤ ਕਰਨੀ ਬੜੀ ਔਖੀ ਹੈ ਜੀ, ਉਹ ਤਾਂ ਕਹਿੰਦੇ ਆ ਵੀ ਜਦੋਂ ਆਪਦੀ ਮੱਤ ਵਰਤਦੇ, ਜਦੋਂ ਫਿਰ ਆਪਾਂ ਗੁਰੂ ਦੀ ਮੱਤ ਦੁਆਰਾ ਚੱਲਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਔਖਾ ਉਹ ਕੰਮ ਹੈ ਜਿਹੜਾ ਅਸੀਂ ਪਹਿਲਾਂ ਆਪਦੀ ਮੱਤ ਦੁਆਰਾ ਕਰਦੇ ਹਾਂ। ਵੀ ਕਿਸੇ ਨਾਲ ਈਰਖਾ ਕਰਨੀ, ਨਫ਼ਰਤ ਕਰਨੀ ਕਿੰਨਾ ਔਖਾ ਕੰਮ ਹੈ। ਹਉਮੈ ਹੰਕਾਰ ਵਿੱਚ ਰਹਿਣਾ ਕਿੰਨਾ ਔਖਾ ਹੈ। ਦੁਬਦਾ ਵੈਰ ਵਿਰੋਧ ਕਰਨਾ ਕਿੰਨਾ ਔਖਾ ਹੈ। ਬਈ ਸਤਿਗੁਰੂ ਤਾਂ ਸਾਨੂੰ ਸਮਝਾਉਂਦੇ ਹੀ ਪ੍ਰੇਮ ਹੀ ਪ੍ਰੇਮ ਸਿਖਾਉਂਦੇ ਸਾਨੂੰ ਵੀ ਸਾਡਾ ਜਿਹੜਾ ਜੀਵਨ ਕਿੰਨਾ ਸੌਖਾ ਉਹ ਕਰਦੇ। ਜਿਵੇਂ ਝੂਠ ਬੋਲਣਾ ਹੋਵੇ ਫਿਰ ਔਖਾ ਹੈ, ਅਤੇ ਜੇ ਸੱਚ ਦੇ ਮਾਰਗ 'ਤੇ ਚੱਲਣਾ ਉਹ 'ਤੇ ਕੀ ਔਖਾ ਹੈ, ਉਹ ਤਾਂ ਸਿੱਧਾ ਹੀ ਚੱਲਣਾ ਹੈ। ਪਰ ਸੰਸਾਰ ਦੇ ਵਿੱਚ ਜਦੋਂ ਜੀਵ ਇੱਧਰ ਨੂੰ ਚੱਲਦਾ ਧਾਤ ਦੇ ਰਸਤੇ 'ਤੇ, ਉਹਨੂੰ ਉੱਧਰ ਨੂੰ ਜਾਣਾ ਸੌਖਾ ਲੱਗਦਾ ਹੈ, ਇੱਧਰ ਨੂੰ ਚੱਲਣਾ ਉਹਨੂੰ ਔਖਾ ਲੱਗਦਾ ਹੈ। ਪਰ ਜਦੋਂ ਆਪਾਂ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਾਂ, ਫਿਰ ਆਪਣਾ ਸਾਰਾ ਹੀ ਖੇਲ ਉਲਟ ਜਾਂਦਾ ਹੈ। ਜਿਸ ਨੂੰ ਮਹਾਰਾਜ ਕਹਿੰਦੇ ਸਤਿਗੁਰ ਮਿਲਿਆ ਉਲਟੀ ਪਈ, ਵੀ ਸਤਿਗੁਰ ਨੂੰ ਮਿਲ ਕੇ ਖੇਲ ਹੀ ਉਲਟ ਗਿਆ ਸਾਰਾ। ਪਹਿਲਾਂ ਮਨ ਇੱਧਰ ਨੂੰ ਭੱਜਦਾ ਸੀ, ਮਾਇਆ ਵੱਲ ਨੂੰ, ਸੰਸਾਰ ਵੱਲ ਨੂੰ ਦੁਖੀ ਹੁੰਦਾ ਸੀ, ਮਨ ਨੂੰ ਤ੍ਰਿਪਤੀ ਨਹੀਂ ਸੀ ਆਉਂਦੀ, ਇਹਨੂੰ ਸੁੱਖ ਨਹੀਂ ਸੀ ਮਿਲਦਾ। ਅਤੇ ਜਦੋਂ ਗੁਰੂ ਦੀ ਮੱਤ ਲੈ ਕੇ ਅਭਿਆਸ ਕੀਤਾ, ਅਤੇ ਫਿਰ ਮਨ ਜਦੋਂ ਘਰ ਚਲਾ ਜਾਂਦਾ, ਫਿਰ ਇਹਨੂੰ ਸੁੱਖ ਮਿਲਦਾ, ਸ਼ਾਂਤੀ ਆਉਂਦੀ। ਫਿਰ ਇਹੀਓ ਨੇਤਰ ਜਿਹੜੇ ਸਾਡੇ ਪਹਿਲਾਂ ਬਾਹਰ ਮੁਖੀ ਹੁੰਦੇ, ਬਾਹਰ ਨੂੰ ਦੇਖਦੇ, ਫਿਰ ਇਹੀਓ ਅੰਤਰਮੁਖੀ ਹੋ ਜਾਂਦੇ। ਪਹਿਲਾਂ ਇਹਨਾਂ ਅੱਖਾਂ ਨੂੰ ਸਬਰ ਨਹੀਂ ਆਉਂਦਾ, ਸੰਤੋਖ ਨਹੀਂ ਆਉਂਦਾ, ਅਤੇ ਇਹੀਓ ਅੱਖਾਂ ਫਿਰ ਜਦੋਂ ਮਾਲਕ ਨੂੰ ਦੇਖਣ ਲੱਗ ਜਾਂਦੀਆਂ, ਇਹ ਮਨ ਸੰਤੋਖਿਆ ਜਾਂਦਾ। ਮਹਾਰਾਜ ਕਹਿੰਦੇ ਅੱਖੀਂ ਸੰਤੋਖੀਆ ਇਕਾ ਲਿਵ ਲਾਏ, ਮਨ ਸੰਤੋਖਿਆ ਦੂਜਾ ਭੋਗ ਗਵਾਈ। ਬਈ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਸਾਡੇ ਮਨ ਨੇ ਕਿਹੜਾ ਵਣਜ ਕਰਨਾ, ਕਿਹੜਾ ਵਪਾਰ ਕਰਨਾ, ਫਿਰ ਇਹ ਅਸਲ ਵਣਜ ਕਰਦਾ, ਫਿਰ ਇਹ ਵਪਾਰ ਕਰਦਾ। ਜਿਹੜਾ ਸਤਿਗੁਰੂ ਕਹਿ ਰਹੇ ਵਣਜ ਕਰੋ ਵਣਜਾਰੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ, ਅੱਗੇ ਸਾਉ ਸੁਝਾਨ ਹੈ ਲੈਸੀ ਵਸ ਸੰਭਾਲ, ਭਾਈ ਰੇ ਰਾਮ ਕਹੋ ਚਿੱਤ ਲਾਈ। ਫਿਰ ਇਹ ਆਪਦਾ ਧਨ ਤਾਂ ਜਮ੍ਹਾਂ ਕਰਾਉਂਦਾ ਹੀ ਕਰਾਉਂਦਾ ਹੈ, ਨਾਲ ਹੋਰਾਂ ਦਾ ਵੀ ਕਰਾ ਦਿੰਦਾ। ਇਹਨੂੰ ਕਹਿੰਦੇ ਫਿਰ ਸੱਚਾ ਵਣਜ ਕਰਨਾ, ਸੱਚਾ ਸੌਦਾ ਕਰਨਾ, ਸੱਚਾ ਵਪਾਰ ਕਰਨਾ, ਸੱਚੀ ਕਿਰਤ ਕਰਨੀ, ਜਿਹੜੀ ਫਿਰ ਸਾਡੇ ਮਨ ਦੇ ਨਾਲ ਅੱਗੇ ਨਿਭਦੀ ਹੈ। ਇਹ ਕਾਰ ਕੀਤੀ ਹੋਈ ਸਾਡੇ ਨਾਲ ਅੱਗੇ ਜਾਂਦੀ ਹੈ। ਇਸ ਵਾਸਤੇ ਫਿਰ ਇਸ ਨੂੰ ਕਹਿੰਦੇ ਵੀ ਆਪਣਾ ਘਰ ਦਾ ਕੰਮ ਕਰਨਾ। ਅਤੇ ਜਦੋਂ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ, ਮਾਲਕ ਸਾਡੇ ਉੱਤੇ ਟੁੱਟ ਜਾਂਦਾ ਹੈ, ਫਿਰ ਉਹ ਸਾਨੂੰ ਆਪਦੀ ਘਰ ਦੀ ਕਾਰ ਦੇ ਉੱਤੇ ਲਾ ਲੈਂਦਾ। ਮਹਾਰਾਜ ਕਹਿੰਦੇ ਜੋ ਜਨ ਗੁਰ ਕੀ ਸੇਵਾ ਕਰੇ, ਸੋ ਘਰ ਕੇ ਕੰਮ ਹਰ ਲਾਇਆ। ਘਰ ਦਾ ਕੰਮ ਕੀ ਹੈ? ਮਾਲਕ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ, ਅਤੇ ਅੱਗੇ ਦੱਸਣਾ ਜੀਵਨ ਨੂੰ ਵੱਧ ਤੋਂ ਵੱਧ ਭੇਜ ਦੇਣਾ। ਖਜ਼ਾਨਾ ਮਾਲਕ ਦਾ ਅੱਗੇ ਵਰਤਾਉਣਾ ਬਸ। ਅਤੇ ਮਹਾਰਾਜ ਕਹਿੰਦੇ ਜਿੰਨਾ ਤੁਸੀਂ ਵਰਤਾਈ ਚੱਲੋਗੇ ਉਹਨਾਂ ਚੋਟ ਨਹੀਂ ਆਏਗੀ, ਹੋਰ ਵੱਧਦਾ ਹੀ ਜਾਣਾ।
ਇਸ ਨੂੰ ਫਿਰ ਕਹਿੰਦੇ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਵੀ ਘਟੀਏ। ਬਈ ਜਿੰਨਾ ਅਸੀਂ ਵਰਤਾਵਾਂਗੇ ਉਨਾ ਹੀ ਵੱਧਦਾ ਜਾਣਾ। ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਫਿਰ ਇਹਨੂੰ ਕਹਿੰਦੇ ਵੀ ਘਰ ਦਾ ਕੰਮ ਕਰਨਾ, ਘਰ ਦੀ ਕਾਰ ਕਰਨੀ। ਮਾਲਕ ਜਦੋਂ ਖੁਸ਼ ਹੁੰਦਾ ਆਪਾਂ ਨੂੰ ਘਰ ਦੇ ਕੰਮ ਤੇ ਲਾ ਲੈਂਦਾ। ਇਹਨੂੰ ਹੀ ਫਿਰ ਕਹਿੰਦੇ ਵਣਜ ਕਰਨਾ, ਵਪਾਰ ਕਰਨਾ। ਪਰ ਹੁਣ ਇਹਦਾ ਜਿਹੜਾ ਵਪਾਰੀ ਨੇ ਉਹ ਬਹੁਤ ਸੰਸਾਰ ਦੇ ਵਿੱਚ ਵਿਰਲੇ ਵਿਰਲੇ ਨੇ। ਨਾਮ ਦੇ ਵਪਾਰੀ ਬਹੁਤ ਥੋੜ੍ਹੇ ਨੇ, ਜ਼ਿਆਦਾ ਜੀਵ ਕੱਚੇ ਦੇ ਵਪਾਰੀ ਨੇ, ਮਾਇਆ ਦੇ ਵਪਾਰੀ ਨੇ। ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਜੇ ਗਾਹਕ ਨਾ ਹੋਵੇ ਤੇ ਉਹਦੇ ਅੱਗੇ ਸੌਦਾ ਰੱਖੀਏ ਤੇ ਉਹਨੂੰ ਉਹਦੀ ਕੀਮਤ ਦਾ ਪਤਾ ਹੀ ਨਹੀਂ, ਕਿਉਂਕਿ ਨਾ ਤਾਂ ਉਹਨੇ ਲੈਣਾ ਹੈ ਤੇ ਨਾ ਹੀ ਉਹਦਾ ਮੁੱਲ ਆ ਉਹਨੂੰ ਪਤਾ ਨਹੀਂ। ਮਹਾਰਾਜ ਕਹਿੰਦੇ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਿੱਧ ਹੋ ਜਾਏ। ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਬਕਾਈ। ਬਈ ਜੇ ਤਾਂ ਗੁਣਾਂ ਦਾ ਗਾਹਕ ਹੋਵੇ, ਜੇ ਤਾਂ ਉਹਨੂੰ ਪਤਾ ਬਈ ਇਹ ਜਿਹੜਾ ਸੌਦਾ ਇੰਨਾ ਕੀਮਤੀ ਹੈ ਵੀ ਇਹਦੀ ਸੰਸਾਰ ਦੇ ਵਿੱਚ ਤਾਂ ਕੋਈ ਕੀਮਤ ਹੀ ਨਹੀਂ ਦਿੱਤੀ ਜਾ ਸਕਦੀ, ਵੀ ਇਹ ਤਾਂ ਮੁੱਲ ਵਸਤੂ ਹੈ, ਅਮੁੱਲ ਸੌਦਾ ਹੈ ਜਿਹਦਾ ਕੋਈ ਮੁੱਲ ਨਹੀਂ ਹੈ। ਪਰ ਸੰਸਾਰ ਦੇ ਵਿੱਚ ਜੀਵ ਮਾਇਆ ਦੇ ਨਾਲ ਜੁੜਿਆ ਹੋਣ ਕਰਕੇ ਇੱਧਰ ਮਾਇਆ ਦੇ ਵਿੱਚ ਤਾਂ ਹਰੇਕ ਚੀਜ਼ ਦਾ ਮੁੱਲ ਹੈ। ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਆਪਾਂ ਖਰੀਦਣੀ ਉਹਦਾ ਮੁੱਲ ਹੈ, ਵੀ ਆਹ ਮੁੱਲ ਦਿਓ ਤੇ ਲੈ ਲਓ। ਸਿਰਫ ਇੱਕ ਨਾਮ ਰਤਨ ਹੀ ਹੈ ਜਿਹਦਾ ਕੋਈ ਮੁੱਲ, ਕੋਈ ਕੀਮਤ ਜਾਣੀ ਨਹੀਂ ਜਾ ਸਕਦੀ। ਮਹਾਰਾਜ ਕਹਿੰਦੇ ਸਾਈਂ ਨਾਮ ਮੋਲ ਕੀਮਤ ਨਾ ਕੋਈ ਜਾਣ ਜੋ। ਬਈ ਇਹਦੀ ਕੀਮਤ ਹੈ ਜਿਹੜੀ ਕੋਈ ਜਾਣੀ ਨਹੀਂ ਜਾ ਸਕਦੀ। ਇਸ ਕਰਕੇ ਅਮੁੱਲ ਵਸਤੂ ਹੈ ਤੇ ਗੁਰਮੁਖ ਨੇ ਜਿਹੜੇ ਫਿਰ ਇਸ ਅਮੁੱਲ ਵਸਤੂ ਦਾ ਵਪਾਰ ਕਰਦੇ ਤੇ ਇਹਦਾ ਵਪਾਰ ਫਿਰ ਜਦੋਂ ਕਰਦੇ ਉਹਦੇ ਵਾਸਤੇ ਫਿਰ ਜਿਹੜੇ ਗਾਹਕ ਨੇ ਉਹ ਵਿਰਲੇ ਵਿਰਲੇ ਨੇ। ਜਿਵੇਂ ਹੀਰਿਆਂ ਦਾ ਗਾਹਕ ਕੋਈ ਵਿਰਲਾ ਹੁੰਦਾ, ਕੱਚ ਦੇ ਜ਼ਿਆਦਾ ਹੁੰਦੇ, ਕੱਚ ਜ਼ਿਆਦਾ ਜੀਵ ਖਰੀਦਦੇ, ਹੀਰਾ ਕੋਈ ਵਿਰਲਾ ਵਿਰਲਾ ਖਰੀਦਦਾ। ਸੋ ਇਸੇ ਤਰ੍ਹਾਂ ਹੀ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਇਹਦੇ ਵਪਾਰੀ ਜਿਹੜੇ ਵਿਰਲੇ ਵਿਰਲੇ ਕੋਈ ਕੋਈ ਹੈ। ਪਾਈਓ ਬਾਬਾ ਕਬੀਰ ਜੀ ਵੀ ਦੱਸਦੇ, ਕਹਿੰਦੇ ਰਾਮ ਰਤਨ ਪਾਏ ਕੇ ਕਬੀਰਾ ਗਾਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਬਈ ਜੇ ਇਹਦਾ ਕੋਈ ਜੀਵ ਗਾਹਕ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਇਹਦਾ ਮੁੱਲ ਵੀ ਕੀ ਹੈ, ਇਹਦਾ ਵੀ ਇਹਦੀ ਕੀਮਤ ਕੀ ਹੈ, ਵੀ ਕਿੰਨਾ ਇਹ ਅਮੁੱਲ ਵਸਤੂ ਹੈ। ਸੋ ਇਸ ਵਾਸਤੇ ਫਿਰ ਜੋ ਸਤਿਗੁਰੂ ਆਪਾਂ ਨੂੰ ਉਪਦੇਸ਼ ਦੇ ਰਹੇ, ਜੋ ਸਾਨੂੰ ਭੇਦ ਦੇ ਰਹੇ, ਇਹ ਕੋਈ ਮਾਮੂਲੀ ਚੀਜ਼ ਨਹੀਂ ਹੈ। ਸੰਸਾਰ ਦੇ ਵਿੱਚ ਇਹਦੀ ਕੋਈ ਕੀਮਤ ਦਿੱਤੀ ਨਹੀਂ ਜਾ ਸਕਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਦੇ ਬਦਲੇ ਸਾਨੂੰ ਕੀ ਦੇਣਾ ਪੈਂਦਾ। ਜਿਹੜਾ ਇਹ ਸਾਡੇ ਕੋਲ ਵੀ ਫਿਰ ਇੱਕ ਚੀਜ਼ ਹੈ ਜਿਹਦਾ ਕੋਈ ਮੁੱਲ ਨਹੀਂ ਹੈ, ਉਹ ਵੀ ਅਮੁੱਲ ਹੈ। ਉਹਨੇ ਸਾਡੇ ਕੋਲ ਜਿਹੜੇ ਸਵਾਸ ਨੇ, ਸਵਾਸਾਂ ਰੂਪੀ ਜਿਹੜੇ ਸਾਡੇ ਕੋਲ ਹੀਰੇ ਨੇ, ਇਹ ਰਤਨ ਨੇ, ਇਹਨਾਂ ਦੀ ਵੀ ਕੀਮਤ ਇਸ ਸੰਸਾਰ ਦੇ ਵਿੱਚ ਕੋਈ ਦਿੱਤੀ ਨਹੀਂ ਜਾ ਸਕਦੀ। ਆਪਾਂ ਸਾਰੇ ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈਏ ਤੇ ਆਖੀਏ ਵੀ ਇੱਕ ਸਵਾਸ ਦੇ ਦਿਓ ਜੀ, ਇਹ ਨਹੀਂ ਮਿਲਦਾ, ਕਿਉਂਕਿ ਅਮੁੱਲ ਵਸਤੂ ਇਹਦਾ ਕੋਈ ਮੁੱਲ ਨਹੀਂ ਹੈ। ਪਰ ਇਹਦਾ ਭੇਦ ਸਾਨੂੰ ਉਦੋਂ ਆਉਂਦਾ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ। ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਅਸੀਂ ਇਹਨਾਂ ਰਤਨਾਂ ਨੂੰ ਕੌਡੀਆਂ ਦੇ ਭਾਅ ਖਰਚ ਕੀਤੀ ਜਾਂਦੇ। ਇਸ ਲਈ ਮਹਾਰਾਜ ਫਰਮਾਉਂਦੇ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਅਸੀਂ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦੇ ਤੇ ਗੁਰੂ ਸਾਨੂੰ ਭੇਜ ਦਿੰਦੇ ਵੀ ਤੁਹਾਡੇ ਕੋਲ ਇਹ ਬੜਾ ਕੀਮਤੀ ਰਤਨ, ਤੁਹਾਡੇ ਕੋਲ ਵੀ ਇਹ ਸਵਾਸ ਨੇ ਜਿਹੜੇ, ਵੀ ਇਹਨਾਂ ਸਵਾਸਾਂ ਨੂੰ ਜੇ ਤੁਸੀਂ
ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਓਗੇ ਤੇ ਇਹਨਾਂ ਦੇ ਬਦਲੇ ਤੁਹਾਨੂੰ ਉਹ ਮੁੱਲ ਵਸਤੂ ਮਿਲਦੀ। ਔਰ ਸੰਸਾਰ ਦੇ ਵਿੱਚ ਕੋਈ ਮੁੱਲ ਨਹੀਂ ਹੈ ਇਹਦਾ। ਅਸੀਂ ਸੰਸਾਰੀ ਕੋਈ ਦੁਨਿਆਵੀ ਧਨ ਦੇ ਕੇ ਜਾਂ ਦੁਨਿਆਵੀ ਪਦਾਰਥ ਦੇ ਕੇ ਆਖੀਏ ਵੀ ਅਸੀਂ ਨਾਮ ਰਤਨ ਦੀ ਪ੍ਰਾਪਤੀ ਕਰ ਲਾਂਗੇ ਤੇ ਨਹੀਂ ਕਰ ਸਕਦੇ। ਇਸ ਕਰਕੇ ਫਿਰ ਕਹਿੰਦੇ ਵੀ ਬੇਸ਼ੱਕ ਅਸੀਂ ਸੰਸਾਰ ਦੇ ਵਿੱਚ, ਜਿਵੇਂ ਹੁਣ ਜੀਵ ਕਹਿੰਦਾ ਵੀ ਸੋਨਾ ਮਹਿੰਗੀ ਵਸਤੂ ਹੈ, ਤੇ ਮਹਾਰਾਜ ਕਹਿੰਦੇ ਵੀ ਸੋਨੇ ਨਾਲ ਤੋਲ ਕੇ ਵੀ ਜਿਹੜੀ ਸਾਨੂੰ ਉਹਦੀ ਪ੍ਰੀਤ, ਉਹਦਾ ਨਾਮ ਰਤਨ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਵੀ ਭਗਤਾਂ ਨੇ ਆਖਿਆ ਵੀ ਕੰਚਨ ਦੇ ਬਰਾਬਰ ਤੋਲ ਕੇ ਵੀ ਨਹੀਂ ਸਾਨੂੰ ਮਿਲਦੀ ਪ੍ਰੀਤ, ਉਹਦੇ ਵਾਸਤੇ ਸਾਨੂੰ ਮਨ ਦੇਣਾ ਪੈਂਦਾ ਹੈ। ਉਹਦੇ ਵਾਸਤੇ ਸਾਨੂੰ ਇਹ ਸਵਾਸਾਂ ਦਾ ਧਨ ਦੇਣਾ ਪੈਂਦਾ, ਸਾਨੂੰ ਆਪਣਾ ਆਪਾ ਸਮਰਪਣ ਕਰਨਾ ਪੈਂਦਾ। ਜਦੋਂ ਅਸੀਂ ਆਪਣਾ ਸਮਰਪਣ ਕਰ ਦਾਂਗੇ ਤੇ ਫਿਰ ਮਾਲਕ ਦੇ ਨਾਲ ਪ੍ਰੀਤ ਪੈਂਦੀ ਹੈ। ਹੁਣ ਆਪਾ ਸਮਰਪਣ ਹੈ ਜਿਹੜਾ ਇਹ ਤ੍ਰੈ ਗੁਣਾਂ 'ਚ ਨਹੀਂ ਹੁੰਦਾ। ਜਦ ਤੱਕ ਸਾਡਾ ਮਨ ਪਾਉਣ 'ਚ ਮਿਲੇ ਹੈ, ਪਾਉਣ 'ਚ ਮਿਲ ਕੇ ਵਿਚਾਰਾਂ 'ਚ ਖੇਲਦਾ ਹੈ, ਉਹਨਾਂ ਸਮਾਂ ਅਸੀਂ ਆਪਾ ਸਮਰਪਣ ਕਰ ਹੀ ਨਹੀਂ ਸਕਦੇ। ਇੱਧਰ ਸੰਸਾਰ ਦੇ ਵਿੱਚ ਤਾਂ ਆਪਾਂ ਥੋੜ੍ਹੀ ਥੋੜ੍ਹੀ ਚੀਜ਼ 'ਤੇ ਹੱਕ ਜਤਾਉਂਦੇ ਵੀ ਆਹ ਮੇਰਾ ਹੈ, ਆਹ ਤੇਰਾ ਹੈ। ਇੱਧਰ ਆਪਾ ਸਮਰਪਣ ਨਹੀਂ ਹੁੰਦਾ। ਆਪਾ ਸਮਰਪਣ ਹੁੰਦਾ ਸਹਿਜ ਦੇ ਵਿੱਚ ਜਾ ਕੇ, ਘਰ ਦੇ ਵਿੱਚ ਜਾ ਕੇ ਜਦੋਂ ਸਾਡਾ ਮਨ ਸੁਣਨ 'ਚ ਜਾਂਦਾ ਹੈ, ਸਹਿਜ ਵਿੱਚ ਜਾਂਦਾ ਹੈ, ਉੱਥੇ ਜਾ ਕੇ ਇੱਧਰ ਸੰਸਾਰ ਦਾ ਗਿਆਨ ਖਤਮ ਹੋ ਜਾਂਦਾ ਤੇ ਫਿਰ ਉੱਥੇ ਜਾ ਕੇ ਆਪਾ ਸਮਰਪਣ ਹੁੰਦਾ। ਜਦ ਤੱਕ ਹੁਣ ਅਸੀਂ ਸੁਣਨ ਸਹਿਜ ਦੇ ਵਿੱਚ ਜਾਵਾਂਗੇ ਨਹੀਂ, ਉਹਨਾਂ ਸਮਾਂ ਅਸੀਂ ਆਪਾ ਸਮਰਪਣ ਕਰ ਹੀ ਨਹੀਂ ਸਕਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਘਰ ਜਾਣ ਵਾਸਤੇ ਪਹਿਲਾਂ ਫਿਰ ਆਪਾਂ ਇਹ ਸਾਧਨ ਅਪਣਾਉਂਦੇ ਹਾਂ ਜਿਹੜਾ ਇਹ ਆਪਾਂ ਸਿਮਰਨ ਕਰਦੇ ਹਾਂ। ਜਿਉਂ-ਜਿਉਂ ਆਪਾਂ ਅਭਿਆਸ ਕਰਾਂਗੇ, ਅਭਿਆਸ ਕਰਨ ਦੇ ਨਾਲ ਸਾਡਾ ਮਨ ਤ੍ਰੈ ਗੁਣਾਂ ਤੋਂ, ਵਿਚਾਰਾਂ ਤੋਂ ਰਹਿਤ ਹੋਏਗਾ। ਫਿਰ ਅਸੀਂ ਘਰ ਜਾਵਾਂਗੇ ਤੇ ਘਰ ਜਾ ਕੇ ਅਸੀਂ ਆਪਾ ਸਮਰਪਣ ਕਰ ਦਿਆਂਗੇ। ਤੇ ਜਦੋਂ ਆਪਾਂ ਸਮਰਪਣ ਕਰ ਦਿੱਤਾ ਤੇ ਫਿਰ ਸਾਡੀ ਆਪਣੀ ਮੱਤ ਜਿਹੜੀ ਇਹ ਖਤਮ ਹੋ ਗਈ ਤੇ ਫਿਰ ਗੁਰੂ ਦੀ ਮੱਤ ਆ ਜਾਂਦੀ। ਤੇ ਜਦੋਂ ਗੁਰੂ ਦੀ ਮੱਤ ਆ ਗਈ ਤੇ ਫਿਰ ਸੌਖੀ ਸੁੱਖ, ਫਿਰ ਆਨੰਦ ਹੀ ਆਨੰਦ। ਫਿਰ ਸਾਨੂੰ ਕੋਈ ਚਿੰਤਾ, ਕੋਈ ਫਿਕਰ, ਕੋਈ ਸੈਂਸਾ ਰਹਿੰਦਾ ਨਹੀਂ ਹੈ। ਸੈਂਸੇ ਫਿਕਰ ਚਿੰਤਾਵਾਂ ਸਾਨੂੰ ਉਹਨਾਂ ਸਮਾਂ ਹੀ ਨੇ ਜਿੰਨਾ ਸਮਾਂ ਸਾਨੂੰ ਭਰੋਸਾ ਨਹੀਂ ਹੈ। ਇੱਕ ਤਾਂ ਸਾਨੂੰ ਭਰੋਸਾ ਆਪਣੇ ਆਪ 'ਤੇ ਨਹੀਂ, ਫਿਰ ਦੂਸਰਾ ਸਾਨੂੰ ਭਰੋਸਾ ਪਰਮਾਤਮਾ 'ਤੇ ਵੀ ਨਹੀਂ ਹੈ। ਇਸ ਕਰਕੇ ਫਿਰ ਅਸੀਂ ਇਹ ਸੈਂਸੀ ਫਿਕਰਾਂ 'ਚ ਜਾਂਦੇ ਹਾਂ। ਅਤੇ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਰਤਾਈਆਂ ਮਿਸਾਲਾਂ ਦਿੱਤੀਆਂ, ਹੋਰ ਜੀਵਾਂ ਦੀਆਂ, ਜਾਨਵਰਾਂ ਦੀਆਂ ਮਿਸਾਲਾਂ ਦੇ ਦੇ ਕੇ ਸਮਝਾਏ ਵੀ ਜਾ ਕੇ ਸਾਨੂੰ ਉਹਨਾਂ ਨੂੰ ਦੇਖ ਕੇ ਸੋਝੀ ਆ ਜੇ, ਅਸੀਂ ਸਮਝ ਜੀਏ ਵੀ ਸਾਨੂੰ ਫਿਕਰ ਕਰਨ ਦੀ, ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਆਪਾਂ ਨੂੰ ਸਮਝਾਉਂਦੇ ਵੀ ਸਾਨੂੰ ਮਾਲਕ ਸੰਸਾਰ 'ਚ ਬਾਅਦ 'ਚੋਂ ਭੇਜਦਾ, ਸਾਡਾ ਰਿਜ਼ਕ ਸਾਰਾ ਕੁਛ ਉਹਨੇ ਪਹਿਲਾਂ ਪ੍ਰਬੰਧ ਕੀਤਾ ਹੋਇਆ। ਮਹਾਰਾਜ ਕਹਿੰਦੇ ਜੀ ਜੰਤ ਸਭ ਪਾਛੇ ਕਰਿਆ, ਪ੍ਰਥਮੇ ਰਿਜ਼ਕ ਸਵਾਹਾ ਹੈ। ਵੀ ਜੀਵਨ ਨੂੰ ਮੈਂ ਬਾਅਦ 'ਚੋਂ ਪੈਦਾ ਕਰਦਾ, ਉਹਨਾਂ ਦਾ ਜਿਹੜਾ ਪ੍ਰਬੰਧ ਹੈ ਉਹ ਮੈਂ ਪਹਿਲਾਂ ਕਰ ਦਿੰਦਾ। ਅਤੇ ਇਸ ਵਾਸਤੇ ਆਪਾਂ ਨੂੰ ਫਿਰ ਮਿਸਾਲਾਂ ਦਿੱਤੀਆਂ, ਜਿਵੇਂ ਕੂੰਜ ਕਿੰਨੇ ਕੋਹ ਚੱਲ ਕੇ ਆ ਜਾਂਦੀ ਅਤੇ ਬੱਚੇ ਉਹਦੇ ਪਹਾੜਾਂ 'ਚ ਰਹਿੰਦੇ ਅਤੇ ਉਹਨਾਂ ਨੂੰ ਹੁਣ ਕੌਣ ਪਾਲਦਾ, ਕਿਉਂਕਿ ਉਹ ਮਨ 'ਚ ਸਿਮਰਨ ਕਰਦੀਆਂ, ਇਸ ਕਰਕੇ ਉਹਨਾਂ ਦੀ ਪਾਲਣਾ ਹੋ ਰਹੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਆਪਾਂ ਨੂੰ ਫਿਕਰ ਕਰਨ ਦੀ, ਚਿੰਤਾ ਕਰਨ ਦੀ ਲੋੜ ਨਹੀਂ ਹੈ। ਚਿੰਤਾ ਮਾਲਕ ਨੂੰ ਹੈ, ਕਰਤੇ ਨੂੰ ਹੈ। ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਚੱਕ। ਹੁਣ ਜਦੋਂ ਆਪਾਂ ਫਿਰ ਘਰ ਜਾਂਦੇ ਹਾਂ, ਆਪਾਂ ਸਮਰਪਣ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਤਾਂ ਐਵੇਂ ਚਿੰਤਾ ਕਰੀ ਜਾ ਰਹੇ, ਅਸੀਂ ਤਾਂ ਐਵੇਂ ਫਿਕਰ ਕਰੀ ਜਾ ਰਹੇ ਹਾਂ।
ਬਈ ਸਾਰਾ ਕੁਝ ਕਰਨ ਵਾਲਾ ਤਾਂ ਮਾਲਕ ਆਪ ਹੈ। ਅਸੀਂ ਤਾਂ ਐਵੇਂ ਸਾਨੂੰ ਪਹਿਲਾਂ ਭਰਮ ਸੀ ਵੀ ਅਸੀਂ ਕਰਦੇ, ਵੀ ਜੇ ਅਸੀਂ ਕਰਦੇ ਹਾਂ ਤਾਂਹੀਓ ਚੱਲਦਾ, ਜੇ ਅਸੀਂ ਕਰ ਰਹੇ ਸਾਡਾ ਪਰਿਵਾਰ ਫੇਰ ਹੀ ਚੱਲੇਗਾ, ਜੇ ਨਹੀਂ ਕਰਾਂਗੇ ਤਾਂ ਚੱਲਣਾ ਹੀ ਨਹੀਂ। ਅਸੀਂ ਆਪਦੀ ਮਦਦ ਦੁਆਰਾ ਇੱਦਾਂ ਸੋਚਦੇ ਹਾਂ। ਅਤੇ ਜਦੋਂ ਫਿਰ ਆਪਣਾ ਮਨ ਘਰ ਜਾਂਦਾ ਫਿਰ ਭੇਦ ਖੁੱਲ੍ਹਦਾ ਵੀ ਅਸੀਂ ਨਹੀਂ ਕਰਦੇ, ਕਰਨ ਵਾਲਾ ਉਹ ਇੱਕੋ ਹੀ ਹੈ ਮਾਲਕ। ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨੇ, ਜਲ ਥਲ ਮਹੀਲ ਸੋਏ। ਆਪਾਂ ਨੂੰ ਫਿਰ ਸਮਝਾਉਂਦੇ ਵੀ ਦੇਖੋ ਮਾਲਕ ਜੀਵਾਂ ਨੂੰ ਉੱਥੇ ਵੀ ਪੈਦਾ ਕਰਕੇ ਉੱਥੇ ਵੀ ਰਿਜ਼ਕ ਬਣਾਉਂਦਾ। ਜਿਵੇਂ ਮਿਸਾਲ ਦਿੱਤੀ ਵੀ ਇੱਕ ਪੱਥਰ ਹੈ, ਪਖਾਨ ਹੈ, ਹੁਣ ਉਹਦੇ ਵਿੱਚ ਅੰਦਰ ਜੀਵ ਹੈ ਅਤੇ ਉਹਨੂੰ ਕੋਈ ਰਸਤਾ ਵੀ ਨਹੀਂ, ਨਾ ਉਹਨੂੰ ਬਾਹਰ ਆਉਣ ਦਾ ਅਤੇ ਨਾ ਕੋਈ ਅੰਦਰ ਜਾਣ ਦਾ, ਸਾਰੇ ਪਾਸਿਓਂ ਬੰਦ ਹੈ। ਹੁਣ ਮਾਲਕ ਉਹਦੇ ਵਿੱਚ ਵੀ ਉਹਨੂੰ ਰਿਜ਼ਕ ਪੜਾਉਂਦਾ, ਉੱਥੇ ਵੀ ਉਹ ਭੁੱਖਾ ਨਹੀਂ ਰਹਿਣ ਦਿੰਦਾ। ਮਾਰੇ ਕਹਿੰਦੇ ਪਖਾਨ ਕੀਟ ਗੁਪਤ ਹੋਏ ਰਹਿਤ, ਤਾਚੋ ਮਾਰਗ ਨਾਹੀਂ। ਕਹੇ ਧੰਨਾ ਪੂਰਨ ਤਾਹੂ ਕੋ ਮਤਰੀ ਜੀ ਡਰਾਹੀ। ਮਨ ਨੂੰ ਕਹਿੰਦੇ ਵੀ ਤੂੰ ਕਿਉਂ ਡਰਦਾ, ਤੂੰ ਕਿਉਂ ਫਿਕਰ ਕਰਦਾ, ਜੇ ਉਹ ਉੱਥੇ ਜੀਵ ਨੂੰ ਰੱਖ ਸਕਦੇ ਕਿ ਤੈਨੂੰ ਨਹੀਂ ਰੱਖੇਗਾ। ਸੋ ਇਹਦਾ ਫਿਰ ਭੇਦ ਆਪਾਂ ਨੂੰ ਜਿੰਨਾ ਸਾਡਾ ਮਨ ਸਹਿਜ ਵਿੱਚ ਹੋਏਗਾ ਉਨਾ ਹੀ ਸਾਨੂੰ ਭਰੋਸਾ ਹੁੰਦਾ, ਉਨਾ ਹੀ ਸਾਨੂੰ ਪ੍ਰਤੀਤ ਹੁੰਦੀ ਹੈ। ਜਿੰਨਾ ਸਾਡਾ ਮਨ ਤ੍ਰੈ ਗੁਣਾਂ 'ਚ ਹੋਏਗਾ, ਵਿਚਾਰਾਂ 'ਚ ਹੋਏਗਾ, ਸਾਨੂੰ ਭਰੋਸਾ ਨਹੀਂ ਰਹਿੰਦਾ, ਨਾ ਸਾਨੂੰ ਆਪਣੇ ਆਪੇ 'ਤੇ ਭਰੋਸਾ ਅਤੇ ਨਾ ਸਾਨੂੰ ਕਰਤੇ 'ਤੇ ਭਰੋਸਾ। ਸੋ ਇਸ ਕਰਕੇ ਫਿਰ ਆਪਾਂ ਨੂੰ ਵਾਰ-ਵਾਰ ਤਾਈਓ ਸਤਿਗੁਰੂ ਸਮਝਾਉਂਦੇ ਵੀ ਸਾਨੂੰ ਭਰੋਸਾ ਜੇ ਸਾਨੂੰ ਪ੍ਰਤੀਤ ਆ ਜੀ। ਅਤੇ ਸਾਰਾ ਖੇਲ ਹੈ ਜਿਹੜਾ ਇਹ ਭਰੋਸੇ ਦਾ ਹੀ ਹੈ, ਵਿਸ਼ਵਾਸ ਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵਿਸ਼ਵਾਸ ਤੋਂ ਬਿਨਾਂ ਕੋਈ ਚੀਜ਼ ਚੱਲਦੀ ਨਹੀਂ ਹੈ। ਕੋਈ ਵੀ ਆਪਾਂ ਕਾਰਜ ਕਰਦੇ ਵਿਸ਼ਵਾਸ 'ਤੇ ਹੀ ਕਰਦੇ, ਜੇ ਆਪਾਂ ਵਿਸ਼ਵਾਸ ਨਹੀਂ ਕਰਾਂਗੇ ਤਾਂ ਚੱਲਣਾ ਹੀ ਨਹੀਂ ਸੰਸਾਰ ਦਾ ਖੇਲ। ਇਸੇ ਤਰ੍ਹਾਂ ਹੀ ਫਿਰ ਮਾਲਕ ਦੇ ਉੱਤੇ ਜਿੰਨਾ ਸਾਨੂੰ ਵਿਸ਼ਵਾਸ ਹੋਏਗਾ ਫਿਰ ਇਹ ਖੇਲ ਅੱਗੇ ਚੱਲਦਾ, ਉਨਾ ਹੀ ਸੌਖਾ ਹੋ ਜਾਂਦਾ ਸਾਨੂੰ। ਜਿਵੇਂ ਹੁਣ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ, ਸਤ ਸੰਗਤ ਦੇ ਵਿੱਚ ਆਇਆਂ ਨੂੰ ਵੀ ਸਾਡਾ ਭਰਮ ਉਹਨਾਂ ਜੀਵਾਂ ਦਾ ਖਤਮ ਹੁੰਦਾ ਜਿਨ੍ਹਾਂ ਨੂੰ ਫਿਰ ਵਿਸ਼ਵਾਸ ਆ ਗਿਆ ਗੁਰੂ ਦੇ ਬਚਨਾਂ 'ਚ। ਇਸ ਲਈ ਮਹਾਰਾਜ ਕਹਿੰਦੇ ਭਰਮ ਕੀ ਜਾਲੀ ਤਾਕੀ ਕਾਟੀ, ਜਾ ਕੋ ਸਾਧ ਸੰਗਤ ਵਿਸ਼ਵਾਸਾ। ਬਈ ਜਿਹਨੂੰ ਵਿਸ਼ਵਾਸ ਹੈ ਗੁਰੂ ਦੇ ਬਚਨਾਂ 'ਤੇ ਭਰੋਸਾ ਹੈ ਉਹਦਾ ਭਰਮ ਖਤਮ ਹੋਣਾ ਹੀ ਹੋਣਾ ਹੈ। ਅਤੇ ਜਿਹਨੂੰ ਭਰੋਸਾ ਹੀ ਨਹੀਂ ਆਇਆ ਗੁਰੂ ਦੇ ਬਚਨਾਂ 'ਤੇ ਉਹਨੂੰ ਉਹਦਾ ਭਰਮ ਰਹਿਣਾ ਹੀ ਰਹਿਣਾ ਹੈ, ਪਤਾ ਨਹੀਂ ਹੈ ਕਿ ਨਹੀਂ ਹੈ। ਇਸ ਕਰਕੇ ਫਿਰ ਆਪਾਂ ਜਿਵੇਂ ਇਤਿਹਾਸ 'ਚ ਵੀ ਦੇਖਦੇ ਹਾਂ ਵੀ ਐਸੇ ਗੁਰਸਿੱਖ ਹੋਏ ਜਿਵੇਂ ਬਾਬਾ ਬਿਧੀ ਚੰਦ ਜੀ। ਹੁਣ ਜਦੋਂ ਪੱਟੀ ਦਿਸ਼ਾਲੇ ਲੈਣ ਵਾਸਤੇ ਗਏ ਅਤੇ ਘੇਰਾ ਪੈ ਗਿਆ, ਚਾਰੇ ਦਰਵਾਜ਼ੇ ਸੀ ਜਿਹੜੇ ਬੰਦ ਕਰਤੇ ਸ਼ਹਿਰ ਦੇ ਵੀ, ਚੋਰ ਆ ਗਿਆ ਬਾਹਰ ਨਾ ਨਿਕਲੇ। ਹੁਣ ਉਹ ਪਠਿਆਰੇ ਕੋਲ ਗਏ, ਬੁਰਕਾ ਪਾਇਆ ਹੋਇਆ, ਅਤੇ ਉਹਨੂੰ ਆਖਣ ਲੱਗੇ ਵੀ ਮੈਨੂੰ ਲੁਕਣ ਵਾਸਤੇ ਥਾਂ ਚਾਹੀਦੀ ਹੈ। ਅਤੇ ਉਹਨੇ ਪੁੱਛਿਆ ਵੀ ਤੂੰ ਕੌਣ ਹੈ? ਕਹਿੰਦਾ ਮੈਂ ਗੁਰਸਿੱਖ। ਅਤੇ ਕਹਿੰਦੇ ਵੀ ਆਪਦੇ ਗੁਰੂ 'ਤੇ ਭਰੋਸਾ ਹੈ? ਉਹ ਕਹਿੰਦੇ ਭਰੋਸਾ ਹੈ। ਉਹਨਾਂ ਨੇ ਬੁਰਕਾ ਚੱਕ ਕੇ ਜਦੋਂ ਦਿਖਾਇਆ ਅਤੇ ਉਹ ਕਹਿੰਦੇ ਵੀ ਮੇਰੇ ਕੋਲ ਤਾਂ ਪਾਠੀ ਹੈ। ਅਤੇ ਉਹਨਾਂ ਨੇ ਆਖਿਆ ਵੀ ਕੜਾਹੀ ਚੁੱਕ ਦੇ ਵਿੱਚ ਛਾਲ ਮਾਰੀ ਅਤੇ ਆਖਿਆ ਵੀ ਅੱਗ ਡਾਹੀ ਚੱਲੀ। ਹੁਣ ਗੁਰੂ 'ਤੇ ਉਹਨਾਂ ਨੂੰ ਭਰੋਸਾ ਹੈ, ਜੇ ਭਰੋਸਾ ਨਾ ਹੁੰਦਾ ਤਾਂ ਪਹਿਲਾਂ ਤਾਂ ਛਾਲ ਮਾਰਦੇ ਹੀ ਨਹੀਂ ਸੀ ਵਿੱਚ ਵੀ ਮੈਂ ਸੜ ਜਾਵਾਂਗਾ ਅੱਗ 'ਚ। ਅਤੇ ਜਦੋਂ ਗੁਰੂ 'ਤੇ ਭਰੋਸਾ ਹੈ, ਛੇਵੇਂ ਪਾਤਸ਼ਾਹ ਨੇ ਉੱਥੇ ਬੈਠਿਆ ਨਹੀਂ ਰੱਖਿਆ, ਚੱਕਰ ਬਣਾ ਦਿੱਤਾ ਅਤੇ ਉਹਨਾਂ ਨੂੰ ਅੱਗ ਨੇ ਜਿਹੜਾ ਸਾੜੇ ਨਹੀਂ, ਤੱਤੀ ਬਾਹ ਨਹੀਂ ਲੱਗਣ ਦਿੱਤੀ। ਸੋ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਕਹਿੰਦੇ ਵੀ ਸਾਰਾ ਜਿਹੜਾ ਖੇਲ ਭਰੋਸੇ ਦਾ, ਵਿਸ਼ਵਾਸ ਦਾ। ਅਤੇ ਉਹਨਾਂ ਨੂੰ ਇੰਨਾ ਵਿਸ਼ਵਾਸ ਸੀ ਵੀ ਉਹਨਾਂ ਨੇ ਅੱਗ 'ਚ ਵੀ ਛਾਲ ਮਾਰਨ ਲੱਗੇ ਨਹੀਂ ਸੋਚਿਆ, ਇੱਕ ਪਲ ਦੀ ਦੇਰੀ ਨਹੀਂ ਲਾਈ। ਅਤੇ ਆਪਾਂ ਹੁਣ ਛੋਟੀ ਛੋਟੀ ਗੱਲ 'ਤੇ ਸਾਨੂੰ ਭਰੋਸਾ ਨਹੀਂ, ਅਸੀਂ ਐਵੇਂ ਚਿੰਤਾ, ਐਵੇਂ ਫਿਕਰ ਕਰੀ ਜਾਂਦੇ, ਪਤਾ ਨਹੀਂ ਆਹ ਕੰਮ ਹੋਏਗਾ ਕਿ ਨਹੀਂ ਹੋਏਗਾ, ਭਰੋਸਾ ਨਹੀਂ।
ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਦ੍ਰਿੜ ਵਿਸ਼ਵਾਸ, ਦ੍ਰਿੜ ਭਰੋਸਾ ਸਾਨੂੰ ਹੋਵੇ ਤੇ ਫਿਰ ਸਾਡਾ ਮਨ ਇਸ ਮਾਰਗ ਦੇ ਉੱਤੇ ਚੱਲਦਾ ਹੈ ਤੇ ਫਿਰ ਆਪਾਂ ਜੀਵਨ ਦਾ ਲਾਹਾ ਖੱਟਦੇ ਹਾਂ। ਸੋ ਉਹਦੇ ਵਾਸਤੇ ਫਿਰ ਤਾਂਹੀਓ ਆਪਾਂ ਵਾਰ-ਵਾਰ ਸੰਗਤ ਕਰਦੇ ਹਾਂ। ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦੇ ਰਹੇ ਹੋ ਗਿਆਨ ਅਸੀਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਸਾਡੇ ਮਨ ਨੂੰ ਪ੍ਰਤੀਤ ਆ ਜੇ, ਇਹਨੂੰ ਭਰੋਸਾ ਆ ਜੇ ਤੇ ਫਿਰ ਹੀ ਅਸੀਂ ਆਪਦਾ ਜੀਵਨ ਜਿਹੜਾ ਉਹ ਸੁਖੀ ਗੁਜ਼ਾਰ ਸਕਦੇ ਹਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇੱਥੇ ਆਪਾਂ ਆਪਦੀ ਮੱਤ ਜਿਹੜੀ ਇਹ ਛੱਡਣੀ ਤੇ ਆਪਦੀ ਮੱਤ ਹੀ ਛੱਡਣੀ ਔਖੀ, ਕਠਿਨ। ਤਾਂਹੀਓ ਅਸੀਂ ਚਿੰਤਾ ਫਿਕਰ ਕਰਦੇ ਕਿਉਂਕਿ ਆਪਦੀ ਮੱਤ ਵਰਤਦੇ ਹਾਂ। ਆਪਾਂ ਨੂੰ ਕਹਿੰਦੇ ਵੀ ਇਹ ਮੱਤ ਨੂੰ ਛੱਡੋ ਤੇ ਨਾਲ ਹੀ ਕਹਿੰਦੇ ਵੀ ਔਖੀ ਹੈ ਛੱਡਣੀ ਤੇ ਫਿਰ ਛੱਡਣ ਵਾਸਤੇ ਆਪਾਂ ਨੂੰ ਕਹਿੰਦੇ ਵੀ ਇਹ ਸਿਮਰਨ ਕਰੋ। ਜਦੋਂ ਹੁਣ ਆਪਾਂ ਇਹ ਲਗਾਤਾਰ ਸਿਮਰਨ ਕਰਦੇ ਹਾਂ ਇਸੇ ਕਰਕੇ ਕਰਦੇ ਹਾਂ ਵੀ ਆਪਦੀ ਮੱਤ ਨੂੰ ਛੱਡਣ ਵਾਸਤੇ। ਹੋਰ ਆਪਾਂ ਸਿਮਰਨ ਇਸ ਕਰਕੇ ਨਹੀਂ ਕਰਨਾ ਵੀ ਸੰਸਾਰ ਦੇ ਪਦਾਰਥ ਮੰਗਣ ਵਾਸਤੇ ਜਾਂ ਕੁਛ ਲੈਣ ਵਾਸਤੇ, ਸਗੋਂ ਛੱਡਣ ਵਾਸਤੇ ਕਰਨਾ। ਸੰਸਾਰ ਦਾ ਪੁੱਠਾ ਖੇਲ ਹੈ, ਉਹ ਜੇ ਕਰਦਾ ਵੀ ਹੈ ਤੇ ਮੰਗਣ ਵਾਸਤੇ ਕਰਦਾ, ਕੁਛ ਲੈਣ ਵਾਸਤੇ ਕਰਦਾ। ਤੇ ਆਪਾਂ ਨੂੰ ਕਹਿੰਦੇ ਲੈਣ ਵਾਸਤੇ ਨਹੀਂ, ਛੱਡਣ ਵਾਸਤੇ ਕਰਨਾ ਵੀ ਆਪਦੀ ਮੱਤ ਛੱਡਣੀ ਹੈ ਤਾਂ ਕਰਨਾ। ਇਸ ਲਈ ਮਹਾਰਾਜ ਕਹਿੰਦੇ ਮਨ ਕੀ ਮੱਤ ਤੇ ਆਗੋ ਹਰ ਜਨ ਇਹਾਂ ਬਾਤ ਕਠੈਨੀ, ਅੰਜਨ ਹਰ ਹਰ ਨਾਮ ਤੇ ਆਗੋ ਗੁਰ ਸਤਿਗੁਰ ਕੀ ਮੱਤ ਲੈਣੀ। ਬਈ ਜੇ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ, ਗੁਰੂ ਦੀ ਮੱਤ ਲੈਣੀ ਤੇ ਫਿਰ ਕਹਿੰਦੇ ਵੀ ਇਹ ਸਿਮਰਨ ਆਪਾਂ ਨੂੰ ਕਰਨਾ ਪੈਣਾ। ਜਿਉਂ-ਜਿਉਂ ਸਿਮਰਨ ਕਰਾਂਗੇ ਸਾਡੀ ਆਪਣੀ ਮੱਤ ਖਤਮ ਹੋਏਗੀ ਤੇ ਫਿਰ ਹੀ ਸਾਨੂੰ ਗੁਰੂ ਤੇ ਸਤਿਗੁਰ ਦੀ ਮੱਤ ਆਏਗੀ। ਜਦੋਂ ਗੁਰੂ ਦੀ ਮੱਤ ਆਏਗੀ ਤੇ ਅਸੀਂ ਸੌਖੇ ਹੋ ਜਾਵਾਂਗੇ, ਸੁਖੀ ਹੋ ਜਾਵਾਂਗੇ। ਆਪਦੀ ਮੱਤ ਹੀ ਸਾਨੂੰ ਭਰਮ 'ਚ ਰੱਖਦੀ ਹੈ, ਇਹ ਸਾਨੂੰ ਦੁੱਖਾਂ ਦੇ ਵਿੱਚ ਰੱਖਦੀ ਹੈ। ਹੋਰ ਦੁੱਖ ਦਾ ਕਾਰਨ ਕੋਈ ਹੋਰ ਨਹੀਂ ਹੈ, ਜ਼ਿਆਦਾ ਅਸੀਂ ਆਪ ਹੀ ਦੁੱਖ ਪੈਦਾ ਕਰ ਲੈਂਦੇ ਹਾਂ ਜਾਂ ਅਸੀਂ ਦੂਸਰਿਆਂ ਦੇ ਆਖੇ ਲੱਗ ਕੇ ਫਿਰ ਅਸੀਂ ਦੁੱਖ ਪੈਦਾ ਕਰ ਲੈਂਦੇ ਹਾਂ। ਜੇ ਹੁਣ ਆਪਾਂ ਗੁਰੂ ਦੀ ਮੱਤ ਲੈ ਕੇ ਚੱਲੀਏ ਤੇ ਫਿਰ ਆਪਾਂ ਨੂੰ ਕੋਈ ਦੁੱਖ ਨਹੀਂ ਹੈ। ਦੁੱਖ ਸਿਰਫ ਅਗਿਆਨਤਾ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ, ਉਹ ਵੀ ਜਦੋਂ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਹਾਂ ਫਿਰ ਦੁੱਖ। ਜੇ ਅਸੀਂ ਤ੍ਰੈ ਗੁਣਾਂ 'ਚ ਵੀ ਗੁਰੂ ਦੀ ਮੱਤ ਲੈ ਕੇ ਚੱਲੀਏ ਤੇ ਸਾਨੂੰ ਉੱਥੇ ਵੀ ਕੋਈ ਦੁੱਖ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸੁਖੀ ਹੋਣ ਵਾਸਤੇ ਆਪਦੀ ਮੱਤ ਛੱਡਣ ਵਾਸਤੇ ਆਪਾਂ ਸਿਮਰਨ ਕਰਨਾ ਹੈ। ਕਿਵੇਂ ਸਿਮਰਨ ਕਰਨਾ ਉਹਦੇ ਵਾਸਤੇ ਫਿਰ ਆਪਾਂ ਨੂੰ ਇਹ ਵਿਧੀ ਦੱਸੀ ਸਾਸਕ ਰਸ। ਜਿਉਂ-ਜਿਉਂ ਆਪਾਂ ਇਹ ਸਾਸਕ ਰਸ ਸਿਮਰਨ ਕਰਾਂਗੇ ਆਪਣੀ ਮੱਤ ਖਤਮ ਹੋਏਗੀ, ਫਿਰ ਆਪਾਂ ਸੁਖੀ ਹੋਵਾਂਗੇ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਇਹ ਅਭਿਆਸ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਇਸ ਕਰਕੇ ਕਰਨਾ ਵੀ ਸਾਡੀ ਆਪਣੀ ਮੱਤ ਜਿਹੜੀ ਹੈ ਖਤਮ ਹੋ ਜੀ, ਮੱਚ ਗਈ, ਸਾਡੇ ਵਿਚਾਰ ਖਤਮ ਹੋ ਜਾਣ। ਜਦੋਂ ਸਾਨੂੰ ਵਿਚਾਰ ਆਉਂਦੇ ਸਾਡੀ ਮੱਤ ਦੁਆਰਾ ਹੀ ਆਉਂਦੇ। ਜਦੋਂ ਆਪਾਂ ਸੋਚਦੇ ਹਾਂ ਇਹ ਸੋਚ ਰੋਕਣੀ, ਵਿਚਾਰ ਰੋਕਣੀ, ਵੀ ਜਿਹੜਾ ਆਪ ਮਹਾਰੇ ਸਾਨੂੰ ਵਿਚਾਰ ਆਈ ਜਾਂਦੇ। ਨਹੀਂ ਤਾਂ ਜੀਵ ਕਹਿੰਦਾ ਜੇ ਵਿਚਾਰ ਹੀ ਰੁਕ ਗਏ ਤੇ ਕੰਮ ਕਿਵੇਂ ਚੱਲੂ। ਹੁਣ ਵਿਚਾਰ ਵੀ ਆਪਾਂ ਕਿਹੜੇ ਰੋਕਣੇ, ਵੀ ਜਿਹੜੇ ਸਾਨੂੰ ਵਿਚਾਰ ਉੱਦਾਂ ਹੀ ਆਈ ਜਾਂਦੇ ਆਪ ਮਹਾਰੇ, ਅਸੀਂ ਉਹ ਰੋਕਣੇ। ਬਈ ਜਿੱਥੇ ਸਾਡਾ ਤਨ ਹੈ ਉੱਥੇ ਸਾਡਾ ਮਨ ਹਾਜ਼ਰ ਹੋਵੇ। ਇਹ ਨਾ ਹੋਵੇ ਵੀ ਜਿਵੇਂ ਹੁਣ ਆਪਾਂ ਬੈਠੇ ਇੱਥੇ ਹਾਂ ਗੁਰੂ ਘਰ, ਇੱਥੇ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਇਸੋਂ ਹੁਣ ਬੈਠੇ ਅਸੀਂ ਘਰ ਚਲੇ ਜਾਈਏ, ਸਾਡਾ ਮਨ ਘਰੇ ਚਲਿਆ ਗਿਆ ਵੀ ਘਰੇ ਜਾ ਕੇ ਆਹ ਵੀ ਕੰਮ ਕਰਨ ਵਾਲਾ ਰਹਿੰਦਾ, ਕੱਲ੍ਹ ਨੂੰ ਆਹ ਕੰਮ ਕਰਨਾ, ਉਹ ਕਰਨਾ। ਇਹ ਵਿਚਾਰ ਰੋਕਣੀ ਬਈ ਨਾ ਤਾਂ ਅਸੀਂ ਇੱਥੇ ਹਾਜ਼ਰ ਰਹੇ, ਇੱਥੇ ਵੀ ਗੈਰ ਹਾਜ਼ਰ ਹੋ ਗਏ, ਕਿਉਂਕਿ ਜੋ ਬਚਨ ਆਪਾਂ ਨੂੰ ਸਤਿਗੁਰੂ ਸਮਝਾ ਰਹੇ ਸੀ ਉਹ ਅਸੀਂ ਸੁਣੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਆਖੀ। ਅਤੇ ਨਾ ਅਸੀਂ ਉੱਥੇ ਗਏ, ਉੱਥੇ ਕਿਹੜਾ ਸਾਡਾ ਕੰਮ ਹੋ ਗਿਆ। ਕੰਮ ਤਾਂ ਫੇਰ ਹੋਊ ਨਾ, ਜੇ ਉੱਠ ਕੇ ਜਾਵਾਂਗੇ ਕਰਾਂਗੇ ਫੇਰ ਹੀ ਹੋਣਾ। ਨਾ ਤਾਂ ਸਾਡਾ ਇੱਥੇ ਕੰਮ ਹੋਇਆ ਜਿਹੜਾ ਅਸੀਂ ਕਰਨ ਆਏ ਸੀ ਵੀ ਸੰਗਤ ਕਰਨੀ ਸੀ, ਨਾ ਤਾਂ ਅਸੀਂ ਇੱਥੇ ਬਚਨ ਸੁਣਿਆ, ਅਤੇ ਨਾ ਅਸੀਂ ਉੱਥੇ ਕੰਮ ਸਾਡਾ ਹੋਇਆ। ਇਹ ਵਿਚਾਰ ਰੁਕਣੇ।
ਬਈ ਜਿਹੜੇ ਸਾਨੂੰ ਆਪ ਮਹਾਰੇ ਉੱਦਾਂ ਹੀ ਆਈ ਜਾਂਦੇ, ਵੀ ਵਿਚਾਰ ਅਸੀਂ ਆਪ ਲਈਏ ਉਨਾ ਕੁ ਆਵੇ ਵੀ ਜਿੰਨਾ ਕੁ ਕੰਮ ਕਰਨਾ। ਵੀ ਜਿਵੇਂ ਹੁਣ ਵਿਚਾਰ ਇੱਕ ਲਿਆ ਆਪਾਂ ਘਰੋਂ ਬਈ ਅਸੀਂ ਸੰਗਤ ਕਰਨ ਜਾਣਾ ਗੁਰਦੁਆਰਾ ਸਾਹਿਬ, ਵਿਚਾਰ ਤਾਂ ਇੱਕ ਹੀ ਹੈ, ਲਿਆ ਤੇ ਉੱਠੇ ਸਿਮਰਨ ਕਰਦੇ ਆਏ ਤੇ ਆ ਕੇ ਬੈਠ ਗਏ। ਇਸੋਂ ਹੁਣ ਵਿਚਾਰ ਲੈਣਾ ਵੀ ਉੱਠ ਕੇ ਘਰ ਨੂੰ ਜਾਣਾ, ਸਮਾਪਤੀ ਹੋਈ, ਵਿਚਾਰ ਲਿਆ ਤੇ ਸਿਮਰਨ ਕਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਚੱਲੇ ਗਏ। ਵਿਚਾਰ ਤਾਂ ਇੰਨਾ ਹੀ ਹੈ ਬਸ। ਪਰ ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ ਫਿਰ ਅਸੀਂ ਪਤਾ ਨਹੀਂ ਕਿੰਨੇ ਕੁ ਹੋਰ ਵਿਚਾਰ ਲੈਂਦੇ। ਪਹਿਲਾਂ ਤਾਂ ਤੁਰਨ ਲੱਗੇ ਵੀ ਅੱਜ ਜਾਈਏ ਕਿ ਨਾ ਜਾਈਏ, ਆਹ ਕੰਮ ਕਰਨ ਵਾਲਾ ਰਹਿੰਦਾ, ਆਹ ਕਰ ਲਈਏ। ਪਹਿਲਾਂ ਤਾਂ ਉੱਥੇ ਹੀ ਦੌੜ 'ਚ ਪੈ ਗਏ, ਪਤਾ ਨਹੀਂ ਕਿੰਨੇ ਕੁ ਅਸੀਂ ਵਿਚਾਰ ਲਏ। ਫਿਰ ਜੇ ਆ ਵੀ ਗਏ ਵਿਚਾਰਾਂ 'ਚ ਆ ਗਏ, ਤੁਰੇ ਆਉਂਦੇ ਪਤਾ ਨਹੀਂ ਕੀ ਸੋਚਦੇ ਆ ਰਹੇ ਹਾਂ, ਵਿਚਾਰ ਲੈਂਦੇ ਆ ਰਹੇ ਹਾਂ। ਫਿਰ ਇੱਥੇ ਬੈਠੇ ਇੱਥੇ ਵੀ ਬੈਠੇ ਵਿਚਾਰ ਲਈ ਗਏ ਵੀ ਆ ਤਾਂ ਗਏ ਹਾਂ, ਉਹ ਕੰਮ ਕਰ ਲੈਂਦੇ। ਤੇ ਇੱਥੋਂ ਜਦੋਂ ਉੱਠੇ ਫਿਰ ਵਿਚਾਰਾਂ ਦੇ ਵਿੱਚ ਚਲੇ ਗਏ। ਇਸ ਨੂੰ ਕਹਿੰਦੇ ਗੁਰਬਾਣੀ 'ਚ ਬਈ ਇਹ ਸੁੱਤੇ ਹੋਏ ਨੇ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ। ਇਹਦੇ ਵਿੱਚ ਸਾਰਾ ਸੰਸਾਰ ਚੱਲ ਰਿਹਾ। ਤਿਹੀਂ ਗੁਣੀ ਸੰਸਾਰ ਭਰਮ ਸੁਤਾ, ਸੁੱਤਿਆਂ ਰਹਿਣ ਬਿਹਾਣੀ। ਅਸੀਂ ਇੱਦਾਂ ਸੁੱਤੇ ਹੋਏ। ਹੋਰ ਮਨ ਕੋਈ ਆਪਣਾ ਸੌਣ ਵਾਲੀ ਚੀਜ਼ ਨਹੀਂ, ਇਹ ਜੋਤ ਸਰੂਪ ਪ੍ਰਕਾਸ਼ ਰੂਪ ਹੈ। ਇਹਨੂੰ ਸੁੱਤਾ ਉਦੋਂ ਕਹਿੰਦੇ ਜਦੋਂ ਇੱਦਾਂ ਵਿਚਾਰਾਂ 'ਚ ਚੱਲਦਾ ਵੀ ਭਰਮ 'ਚ ਸੌਂ ਗਿਆ, ਵਿਚਾਰਾਂ 'ਚ ਸੌਂ ਗਿਆ। ਤੇ ਇਹ ਵਿਚਾਰ ਆਪਾਂ ਰੋਕਣੇ ਨੇ ਵੀ ਜਿਹੜੇ ਸਾਨੂੰ ਆਵਾਗਾਉਣ ਉੱਦਾਂ ਹੀ ਆਈ ਜਾਂਦੇ, ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈ, ਉਹ ਆਈ ਜਾਂਦੇ ਨੇ। ਸੋ ਇਹ ਵਿਚਾਰਾਂ ਨੂੰ ਰੋਕਣਾ ਤੇ ਉਨਾ ਕੁ ਵਿਚਾਰ ਲੈਣਾ ਵੀ ਜਿੰਨੀ ਕੁ ਸਾਨੂੰ ਲੋੜ ਹੈ, ਜਿੰਨੀ ਕੁ ਜ਼ਰੂਰਤ ਹੈ। ਵੀ ਆਹ ਕੰਮ ਕਰਨਾ ਤੇ ਸਿਮਰਨ ਕਰਦੇ ਨਾਲ ਨਾਲ ਕੰਮ ਕਰ ਲੈਣਾ ਬਸ। ਫਿਰ ਉਹ ਸਾਡੇ ਮਨ 'ਤੇ ਮੈਲ ਨਹੀਂ ਚੜ੍ਹਦੀ। ਇਸ ਨੂੰ ਫਿਰ ਮਹਾਰਾਜ ਕਹਿੰਦੇ ਸਿਮਰ ਸਿਮਰ ਹਰ ਕਾਰਨ ਕਰਨਾ। ਵੀ ਕੋਈ ਵੀ ਕੰਮ ਕਰਦੇ ਨਾਲ ਨਾਲ ਸਿਮਰਨ ਕਰਨਾ। ਜੇ ਅਸੀਂ ਸਿਮਰਨ ਨਹੀਂ ਕਰਦੇ ਫਿਰ ਉਹ ਅਸੀਂ ਵਿਚਾਰ ਲਈ ਜਾਂਦੇ ਤੇ ਉਹ ਵਿਚਾਰਾਂ ਦੀ ਹੀ ਸਾਡੇ ਮਨ ਦੇ ਉੱਤੇ ਫਿਰ ਮੈਲ ਚੜ੍ਹੀ ਜਾਂਦੀ ਫਰਨਿਆਂ ਦੀ। ਸੋ ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਇਹ ਆਪਾਂ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ ਸਾਰੇ ਵਣਜ ਕਰਨ ਵਾਸਤੇ, ਵਣਜਾਰੇ ਹਾਂ ਆਪਾਂ ਸਾਰੀ। ਹੁਣ ਅਸੀਂ ਕਿਹੜਾ ਵਣਜ ਕਿਹੜਾ ਵਪਾਰ ਕਰਨਾ ਵੀ ਤਾਂ ਕਿ ਅਸੀਂ ਇੱਥੋਂ ਲਾਹਾ ਖੱਟ ਕੇ ਵਾਪਸ ਜਾਈਏ। ਜਿਸ ਨੂੰ ਮਹਾਰਾਜ ਕਹਿੰਦੇ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ। ਬਈ ਅਸੀਂ ਇਹ ਜਿਹੜੇ ਵੱਖਰ ਸਵਾਸਾਂ ਦਾ ਧਨ ਇਹਨਾਂ ਨੂੰ ਸੰਭਾਲਣਾ, ਇਹਨਾਂ ਨੂੰ ਖਰਚ ਨਹੀਂ ਕਰਨਾ, ਇਹਨਾਂ ਨੂੰ ਵਿਅਰਥ ਕੌਡੀਆਂ ਦੇ ਭਾਰ ਨਹੀਂ ਖਰਚ ਕਰਨਾ, ਇਹਨਾਂ ਨੂੰ ਵੱਧ ਤੋਂ ਵੱਧ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ। ਵੀ ਸਾਨੂੰ ਸਾਹਮਣੇ ਮਾਲਕ ਸਵਾਸ ਦੇ ਰਿਹਾ ਹੈ, ਆਪਾਂ ਨਹੀਂ ਵਰਤੇ, ਆਪਾਂ ਇੱਥੇ ਵਾਪਸ ਜਮ੍ਹਾਂ ਕਰਾ ਦਿੱਤਾ। ਫਿਰ ਇਹਨਾਂ ਸਵਾਸਾਂ ਦੇ ਬਦਲੇ ਹੀ ਆਪਾਂ ਨੂੰ ਆਪਣੇ ਮਨ ਦੀ ਖੁਰਾਕ ਅੰਮ੍ਰਿਤ ਨਾਮ ਰਤਨ ਦੀ ਸਾਨੂੰ ਪ੍ਰਾਪਤੀ ਹੋਣੀ ਹੈ। ਇਸ ਕਰਕੇ ਹੁਣ ਵੱਧ ਤੋਂ ਵੱਧ ਆਪਾਂ ਧਨ ਜਿਹੜਾ ਇਹ ਜਮ੍ਹਾਂ ਕਰਾਉਣਾ, ਇਹਨਾਂ ਸਵਾਸਾਂ ਨੂੰ ਸੰਭਾਲਣਾ। ਜਿਸ ਨੂੰ ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਬਈ ਜਿਹੜੇ ਦਮ ਨਾਲ ਅਸੀਂ ਨਹੀਂ ਚੇਤੇ ਕੀਤਾ ਮਾਲਕ ਨੂੰ, ਨਹੀਂ ਸਿਮਰਨ ਕੀਤਾ, ਉਹ ਸਾਡਾ ਵਿਅਰਥ ਚਲਾ ਗਿਆ। ਮਹਾਰਾਜ ਫਰਮਾਉਂਦੇ ਜੋ ਦਮ ਚਿੱਤ ਨਾ ਆਵਈ ਸੋ ਦਮ ਵਿਰਥਾ ਜਾਏ। ਵੀ ਉਹ ਵਿਅਰਥ ਗਿਆ। ਸੋ ਇੰਨਾ ਕੀਮਤੀ ਵਡਮੁੱਲਾ ਧਨ ਜੇ ਸਾਡਾ ਵਿਅਰਥ ਜਾਵੇ ਤਾਂ ਸਾਨੂੰ ਕਿੰਨਾ ਘਾਟਾ ਪੈਂਦਾ ਹੈ। ਇੰਨਾ ਘਾਟਾ ਵੀ ਜਿਹਦਾ ਕੋਈ ਭਰਪਾਈ ਅਸੀਂ ਕਰ ਨਹੀਂ ਸਕਦੇ, ਕਿਉਂਕਿ ਇੰਨਾ ਕੀਮਤੀ ਧਨ ਹੈ ਜਿਹਦਾ ਕੋਈ ਮੁੱਲ ਹੀ ਨਹੀਂ। ਇਸ ਵਾਸਤੇ ਫਿਰ ਕਹਿੰਦੇ ਵੀ ਜਦੋਂ ਅਸੀਂ ਮਾਲਕ ਨੂੰ ਵਿਸਾਰ ਕੇ ਆਨ ਕੰਮ ਕੀ ਅਸੀਂ ਵਿਚਾਰਾਂ 'ਚ ਚਲੇ ਜਾਂਦੇ ਹਾਂ, ਉਦੋਂ ਕਹਿੰਦੇ ਵੀ ਇਹ ਕੌਡੀਆਂ ਦੇ ਭਾਰ ਰਤਨਾਂ ਨੂੰ ਸੁੱਟੀ ਜਾ ਰਹੇ ਅਤੇ ਕੌਡੀਆਂ ਪੱਲੇ ਨਾਲ ਬੰਨ੍ਹੀ ਜਾ ਰਹੇ ਜਿਹੜੀਆਂ ਅੱਗੇ ਕੰਮ ਆਉਣ ਵਾਲੀਆਂ ਨੇ। ਮਹਾਰਾਜ ਕਹਿੰਦੇ ਖਸਮ ਵਿਸਾਰ ਆਨ ਕੰਮ ਲਾਗੇ, ਕੌਡੀ ਬਦਲੇ ਰਤਨ ਤਿਆਗੇ। ਸੋ ਇਸ ਕਰਕੇ ਆਪਾਂ ਇਹਨਾਂ ਰਤਨਾਂ ਨੂੰ ਤਿਆਗਣਾ ਨਹੀਂ,
इन्हां नूं संभालना ते इहदे बदले नाम रतन की प्राप्ति करनी। सो इन्नियां बेनतियां इन्ने विचार करदे होए जे कोई ऐसा शब्द बोलिया गया होवे संगत अते सतगुरु बख्शण जोग ने बख्श लेना जी। वाहिगुरु जी का खालसा वाहिगुरु जी की फतेह। वाहिगुरु 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 जी का खालसा वाहिगुरु जी की फतेह।